सिख माई भाई जपण का ही उपदेश करते हैं। इत्थे तक पातशाह ने जपण की हिदायत करदिया कहता भज गोबिंद भूल मत जाओ मानस जन्म का यही लाभ। मनुष्य जन्म का जो लाभ है वो जपण का लाभ है, नाम जपण का। जप गोविंद गोपाल लाभ राम नाम सिमरत जीवा फिर ना खाई मां। जपदिया हर हर जपन जप लोच लचानी हर कृपा कर बन वाली जन नानक संग साध हर मेलो हम साध जन्म पगड़ा दे हर हर जपन जप लोच लचानी। जपन नाल सब कुछ मिलता है। बाबा जी के मुख वचन सन भाई जिहड़ा नाम जपदा है जिहदे पल्ले नाम है उहदे पल्ले सब कुछ है। ते दूसरा बाबा जी वचन करते सन भाई जिहदे पल्ले नाम नहीं, क्योंकि पेंडू जीवन सी, पेंडू गल्लां लोग पिंडां वाले समझदे सी। ते दूजा वचन ये करना भाई जिहड़ा नाम नहीं जपदा वो कहना भाई उहदे कोल काणी कौडी भी नहीं, काणी कौडी भी नहीं उहदे कोल। ते हुण पूर्ण महापुरख बाबा जी दे वचन होण कदे झूठ हो सकदा, बिल्कुल काणी कौडी नहीं। पर जिहड़े जपदे है ना पातशाह कहते फिर वो श्वासां की संभाल करते हैं, जिसनों बाणी च कहता दम दम सदा संभालदा दम ना बिरथा जाएगा। दम दमड़िया भी कहा है, दम श्वासां भी कहा। दुनियावी देख लो आप दमड़े माया की कितनी संभाल करते हैं ना। कदर है सब कमाए हुए है, कमाई की हुई है, काम किए हुए। तो इधर बड़ी लोड़ है कि श्वास रूपी दमा संभालने। सतगुरु जी करे जिन्होंने कदर पैगी ना, समझ आ गई ना, कहते दम दम सदा संभालदा ते दम ना बिरथा जाए। वो श्वासां बिल्कुल व्यर्थ नहीं गवाते, व्यर्थ नहीं गवाते। जिन्होंने कदर हो गई, गल कदर दी है, समझ दी है, उन्होंने फिर मन की अवस्था बन जाती है जो भाषा के नाम बिना सब कूड़ गली खुशी। बाबा जी ने कहना भाई क्योंकि बचन का बिल्कुल साधारण जिमीदारों वास्ते पेंडू लोगों वास्ते करते सी। समझ आ जाए पढ़िया लिखा तो बंदा समझदा होंदा। कहते भाई गल्लां ना बालियां करो, गल्लां बालियां ना करो, कहते गल्लां तां गल जाणियां, गल जाणी। सादा जिहा वचनां पर किड्डा ज्ञान। गुरु दे वचन करो, नाम की गल करो, गल्लां आउणगीआं तां गल जाना। नानक लेखा एक गल होर होमै चखना चौक। एक गल यही है भाई बारंबार जपी जपी। आओ आपां जे जिन्हां ने जपिया, जिन्हां ने श्वासां की कदर की है ना, थोड़ा बहुत तो चलो उन्होंने वर्गे तो नहीं हो सकते, पर कुछ ना कुछ तो मन में उत्साह पैदा होना भी इन्होंने श्वासां का मुल पाया, कदर की, व्यर्थ नहीं लवाया।
ਤੇ ਆਪਾਂ ਵੀ ਮਨਾਂ ਇਸ ਵਾਸਾਂ ਨਾਲ ਜੁੜਨਾ ਵੀ ਠੀਕ ਆ। ਵਿਹਾਰ ਮਾਤਰ ਗੱਲਬਾਤ ਕਰੋ, ਕਰਨੀ ਚਾਹੀਦੀ, ਕਰਨੀ ਜ਼ਰੂਰ ਚਾਹੀਦੀ, ਪਰ ਐਵੇਂ ਫਾਲਤੂ ਬਿਨਾਂ ਲੋੜ ਤੋਂ ਯਕੀਨ ਕਰੋ। ਅਸੀਂ ਜੀਵ ਬਿਨਾਂ ਜ਼ਰੂਰਤ ਤੋਂ ਹੀ ਬਹੁਤ ਜ਼ਿਆਦਾ ਗੱਲਾਂ ਕਰਦੇ ਹਾਂ, ਜ਼ਿਆਦਾ ਕਰਦੇ ਹਾਂ। ਵਿਹਾਰਕ ਬਾਬਾ ਜੀ ਕਹਿੰਦੇ ਸਨ ਗੱਲ ਕਰਨੀ ਕੋਈ ਬੁਰੀ ਨਹੀਂ, ਵਿਹਾਰ ਦੀ ਗੱਲ ਕਰੋ। ਫਾਲਤੂ ਐਵੇਂ ਗੱਲਾਂ ਕਰੀ ਜਾਣੀਆਂ, ਐਵੇਂ ਕਰੀ ਜਾਣੀਆਂ। ਜਿਨ੍ਹਾਂ ਨੇ ਅੱਖਾਂ ਨਾਲ ਵੇਖੀ ਗੱਲ ਹੁੰਦੀ ਹੈ, ਬੇਸ਼ੱਕ ਬਾਬਾ ਜੀ ਵੱਡਿਆਂ ਦੇ ਦਰਸ਼ਨ ਨਹੀਂ ਕੀਤੇ, ਪਰ ਜਿਨ੍ਹਾਂ ਨੇ ਦਰਸ਼ਨ ਕੀਤੇ ਹੈ, ਸੇਵਾ ਕੀਤੀ ਹੈ, ਬਚਨ ਹਾਜ਼ਰੀਆਂ ਭਰੀਆਂ, ਉਹਨਾਂ ਤੋਂ ਕੋਈ ਗੱਲ ਸੁਣਾਂਗੇ, ਉਹ ਸਾਡੇ ਵਾਸਤੇ ਪ੍ਰਤੱਖ ਹੈ। ਮੈਂ ਜਿੰਨੇ ਕੁ ਬਾਬਾ ਜੀ ਦੇ ਦਰਸ਼ਨ ਕੀਤੇ ਹੈ ਤੇ ਜੋ ਮੈਂ ਤੁਹਾਨੂੰ ਸੁਣਾਵਾਂਗਾ ਉਹ ਤੁਹਾਡੇ ਵਾਸਤੇ ਵੀ ਪ੍ਰਤੱਖ ਹੋਵੇ, ਕਿਉਂਕਿ ਮੈਂ ਆਪ ਵੇਖਿਆ। ਜਿਹੜਾ ਤੁਸੀਂ ਕੋਈ ਬਾਬਾ ਜੀ ਦਾ ਬਚਨ ਦੇਖਿਆ ਜਾਂ ਦਰਸ਼ਨ ਕੀਤੇ ਹੈ, ਜਦੋਂ ਵੀ ਤੁਸੀਂ ਸੁਣਾਓਗੇ ਉਦੋਂ ਸੁਣਨ ਵਾਲੇ ਵਾਸਤੇ ਪ੍ਰਤੱਖ ਹੋਵੇਗਾ, ਪ੍ਰਤੱਖ ਹੋਵੇਗਾ। ਪਰ ਜੇ ਇਸ ਤੋਂ ਅੱਗੇ ਜੇ ਬਾਬਾ ਜੀ ਕਹਿੰਦੇ ਸ਼ਰਧਾ ਹੋਵੇ ਨਾ, ਭਾਵਨਾ ਹੋਵੇ, ਕਿੱਡਾ ਆਪਾਂ ਮੇਰੇ ਸਮੇਤ ਜ਼ਰੂਰ ਆਪਾਂ ਅੰਦਰ ਝਾਤੀ ਮਾਰ ਕੇ ਅੰਦਰੋਂ ਸਮਝੀਏ, ਬਾਹਰੋਂ ਨਾ ਕੁਛ ਕਰੀਏ ਵੀ ਗੁਰੂ ਮਹਾਂਪੁਰਖ ਕਿੰਨੇ ਦਿਆਲੂ। ਉਹਨਾਂ ਦੀ ਦਿਆਲਤਾ ਦੇ ਬਰਾਬਰ ਕੋਈ ਦੁਨੀਆ ਦਾ ਬੰਦਾ ਨਹੀਂ ਹੋ ਸਕਦਾ। ਬਹੁਤ ਵੱਡੀ ਦਿਆਲਤਾ। ਬਾਣੀ ਹੈ ਕਦੇ ਪਾਤਸ਼ਾਹ ਕਹਿੰਦੇ ਮੈਂ ਮੂਰਖ ਕੀ ਕੇਤ ਕਬਾਤ ਕੋਟ ਬਰਾਦੀ ਤਰਿਆ। ਕਹਿੰਦੇ ਕਰੋੜਾਂ ਅਪਰਾਧ ਕਰਨ ਵਾਲੇ ਤਰ ਕੇ ਮੈਂ ਮੂਰਖ ਕੀ ਕੇਤ ਕਬਾਤ। ਮੇਰੀ ਕਿਹੜੀ ਗੱਲ ਹੈ? ਕਹਿੰਦੇ ਕੋਟ ਬਰਾਦੀ ਤਰਿਆ ਰੇ। ਅੱਗੇ ਦੇਖੋ ਕਿੱਡੀ ਦਿਆਲਤਾ ਦੀ ਗੱਲ ਕਰਦੇ। ਕਹਿੰਦੇ ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ। ਹੁਣ ਵੇਖਣ ਵਾਲੇ ਵਿੱਚ ਆਪਾਂ ਕੋਈ ਵੀ ਨਹੀਂ। ਠੀਕ ਆ, ਆਤਮਾ ਹੋ ਸਾਨੂੰ ਨਹੀਂ ਗਿਆਨ, ਬਸ ਸਰੀਰ ਕਰਕੇ ਉਹ ਹੈ ਸਰੀਰ ਦੁਨੀਆ 'ਚ। ਜਿਹਨੇ ਗੁਰੂ ਨਾਨਕ ਸਾਹਿਬ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖਿਆ ਹੋ, ਵੱਡੇ ਬਾਬਾ ਜੀ ਨੂੰ ਜਿਨ੍ਹਾਂ ਨੂੰ ਦੇਖਿਆ, ਉੱਚੋ ਵਾਲਿਆਂ ਨੂੰ ਜਿਨ੍ਹਾਂ ਨੇ ਦੇਖਿਆ, ਮੇਰੇ ਖਿਆਲ ਨੂੰ ਤਾਂ ਬਹੁਤ ਸਰੀਰ ਘੱਟ ਹੋ ਗਏ। ਦੂਸਰੇ ਜੋਤ ਬਾਬਾ ਜੀ ਨੂੰ ਜਿਨ੍ਹਾਂ ਨੇ ਵੇਖਿਆ ਉਹ ਕਾਫੀ ਹੁਣ ਵੀ ਹੈਗੇ। ਦੇਖੋ ਕਿੱਡੀ ਦਿਆਲਤਾ ਗੁਰੂ ਦੀ, ਇਹਨੂੰ ਆਪਾਂ ਜ਼ਰੂਰ ਧਿਆਨ ਨਾਲ ਸੋਚੀਏ। ਹੁਣ ਉਹਨਾਂ ਵਿੱਚੋਂ ਸਿੱਖ ਪੰਥ ਵਿੱਚ ਜਾਂ ਸਾਰੇ ਸੰਸਾਰ ਵਿੱਚ ਕੋਈ ਨਹੀਂ ਬੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਮੌਕੇ ਸੀ ਜਾਂ ਗੁਰੂ ਅਮਰ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਦੇ ਮੌਕੇ 'ਤੇ ਸੇਵਾ 'ਚ ਕੋਈ ਨਹੀਂ। ਤੇ ਸਾਡੇ ਤੇ ਦਿਆਲਤਾ ਇੰਨੀ ਕਰ ਦਿੱਤੀ ਕਿ ਜਿਨ੍ਹਾਂ ਨੇ ਵੇਖਿਆ ਉਹ ਵੀ ਤਰ ਗਿਆ ਤੇ ਜਿਨ੍ਹਾਂ ਨੇ ਸੁਣ ਲਿਆ ਉਹ ਵੀ ਤਰ ਗਿਆ। ਆਪਾਂ ਸੁਣਨ ਵਾਲਿਆਂ ਚੋਂ, ਆਪਾਂ ਸਰਵਣੀ ਸਿੱਖ ਹੈ ਨਾ। ਮੈਂ ਨਾ ਤੁਹਾਡੇ ਜੋ ਕਿਸੇ ਮਾਈ ਭਾਈ ਨੇ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਨੂੰ ਜੋ ਪ੍ਰਤੱਖ ਦੇ ਧਾਰ ਕੇ ਆਏ ਸੀ ਨਾ, ਸਰੀਰ ਧਾਰ ਕੇ ਆਏ ਸੀ, ਕਿਸੇ ਨੇ ਨਹੀਂ ਵੇਖਿਆ। ਤੇ ਦਰਜਾ ਸਾਨੂੰ ਵੀ ਉਹਨਾਂ ਦੇ ਦਿੱਤਾ। ਜਿਨ੍ਹਾਂ ਨੇ ਵੇਖਿਆ ਪਾਤਸ਼ਾਹ ਨੂੰ ਕਿੰਨੇ ਭਾਗਾਂ ਵਾਲੇ ਸੀ। ਉਹ ਤਾਂ ਭਾਗਾਂ ਵਾਲੇ ਹੈਗੇ ਸੀ ਜਿਨ੍ਹਾਂ ਨੇ ਪ੍ਰਤੱਖ ਪਾਤਸ਼ਾਹ ਨੂੰ ਵੇਖਿਆ, ਦਰਸ਼ਨ ਕੀਤੇ, ਸੇਵਾ ਕੀਤੀ, ਹੁਕਮ ਆਗਿਆ ਮੰਨੀ। ਉਹ ਤਾਂ ਭਾਗਾਂ ਵਾਲੇ ਤੇ ਆ ਸਾਨੂੰ ਵੀ ਓਡਾ ਦਰਜਾ ਦੇ ਰਹੇ। ਛੋਟੀ ਜਿਹੀ ਗੱਲ, ਇਹ ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ। ਵੇਖਣ ਵਾਲੇ ਦੇ ਬਰਾਬਰ ਸੁਣਨ ਵਾਲੇ ਦਾ ਦਰਜਾ ਸਾਡਾ। ਅਸੀਂ ਸੁਣ ਰਹੇ ਹਾਂ ਗੁਰੂ ਨਾਨਕ ਦੀਆਂ ਕਥਾ ਕਹਾਣੀਆਂ, ਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇ। ਸੁਣਨ ਵਾਲਿਆਂ ਨੂੰ ਵੀ ਦਰਜਾ ਓਡਾ ਵੱਡਾ ਹੈ, ਓਡਾ ਵੱਡਾ। ਇਸ ਤੋਂ ਦਿਆਲਤਾ ਕੀ ਹੋ ਸਕਦੀ? ਸੁਣਨ ਵਾਲਾ ਇੱਕ ਰੋਟੀ ਖਾ ਕੇ ਭੁੱਖ ਮਿਟਾਉਂਦਾ ਹੈ,
सुन के वो भी उन्नी भुख मिट जाए तो कोई छोटी जी गल है, बड़ी वड्डी गल। खाण वाले का टाइम लग्या, खाधी रोटी भुख मिट गई, तो जिन्हें खाधा कख नहीं, रोटी वेखी नहीं, सुन ली यह जा खाना से तो फिर वो भी रज जाए तो इस तो वड्डी किहड़ी दयालत है भाई। सीधी जी गल है समझाने वास्ते। तो मेरा कहना गुरु बड़ा दयाल, तई पातशाह ने कहता मेहरबान साहिब, मेहरबान साहिब मेरा मेहरबान। एक बारी तीन बारी कहा, तीन बार किड्डा क मेहरबान, कहते जी सगल को देता देता। इसे शब्द वेखो कि सतगुरां दी कृपा है। तू समर्थ अकथ अगोचर, जियो पिंड तेरी रास, रहम तेरी सुख पाया, सदा नानक की अरदास। पंजवें गुरु नानक कहते हे वाहिगुरु तेरे रहम तेरा सुख है, तो मैं सदा ਲਈ तेरे अगे अरदास करदा, हुक्म नहीं करदा। कल ही अपने पंजा प्यारे को हुक्म किया, अब गुरु का नाम करके अरदास करते, मैं मतलब कि मैं हुक्म करदा हूँ। सिख की हमेशा अरदास ही है कि अरदास ही बख्शी, रहम तेरी सुख पाया। अब कलगियां वाले गुरु हुक्म कर दे, वो भी अरदास कर दे, वाहिगुरु सुखी वसाए मोरो परवारा, ते सेवक सिख सब करता। आ भी अरदास है, गुरु ने कहा कि मैं हुक्म करदा रब, तो आप की समर्था रखते भी गुरु को हुक्म करिए जी, असं हुक्म करते तुम चले जाओ इतों। बेनती की सी बाबा जी कहने, बेनती की अनुभवी वचन होर होंगे। बेनती की मैं गल करदा, जो गुरु गोबिंद सिंह महाराज बाणी जब बाण लग गए तब रोस जग, कहते गुरु गोबिंद सिंह ने जो क्रोध तो नहीं कह सकते, उन्होंने अंदर थोड़ा क्रोध है, काम क्रोध लोभ ओंकार 10 ही लोग हैं। जो जोश में आके ना ये बाबा नंद सिंह महाराज बचना कहते जो बाण चलाए ना तीर 70,000 बंदा बहता, मानता नहीं मनेगा पर गुरु समर्थ है ना। ये बाबा नंद सिंह महाराज के बचन भाई जिन्होंने आप करना सो कहते जो तीर चलाया ना बाण चलाया पूरे जोश में आके 70,000 मुसलमानों की फौज का बंदा बहता। जो भत्थे च कहते तीर पा के ना दूजा बाण पा के चलाउण लगे तो धरती ते समान कंबण लग गए। ये बड़े बाबे का बचन भाई। फिर भाई दयाल सिंह ने चरण फड़ के बेनती की, महाराज दुनियावी लीला करो दुनिया। गुरु तो एडा समर्थ है, हरन भरन जामका नेत्र होर, अख बंद कर दुनिया खत्म हो जाए, एडी समर्था है गुरु च। अखा खोल लें तो दुनिया पैदा हो सकती, हरन भरन जामका नेत्र होर, अखा बंद कर लें तो दुनिया खत्म, नेत्र खोल लें तो दुनिया पैदा हो सकती है। इन्नी बरकत है गुरु च। तो इन्होंने स्वासां आपां जिन्हों ने अखा ना वेख्या, पटियाले का राजा जा रहा है फिरोजपुर, राज हुंदियां दी गल, जो राज पटियाले का कायम सी ना, चलो हम तो मैं कहना गुरु का बख्शा हुआ राज होंदी है, ते राज सानू भी गुरु ने बनाया। कटिए तेरा अनुरोध तू गुर प्रसाद कर, राज जो राज लीला तेरा नाम बन आई, जोग बनया तेरा कीर्तन। कोई आपां नूं किसी गल की कमी है, आप भी राजी हैं भाई गुरु की कृपा नाल, बाबा की मेहर नाल। दुनियावी राज की गल करते
ਤੇ ਫਿਰੋਜ਼ਪੁਰ ਰੋਡ ਤੋਂ ਨਾਨਕਸਰ 6 ਫਰਲਾਂਗ ਪਏ, 6 ਫਰਲਾਂਗ 8 ਫਰਲਾਂਗ ਦਾ ਮੇਲ ਹੁੰਦਾ ਹੈ। ਦਰਸ਼ਨ ਦਾ ਕਰਨੇ ਸੀ। ਮੈਂ ਗੱਲ ਕਰਦਾ ਵੀ ਬਾਰ ਜਪਿਓ, ਜਪਣਾ ਹੈ ਬਾਰ। ਤੇ ਸਤਿਗੁਰੂ ਜੀ ਨੇ ਕਹਿਤਾ ਭਜੋ ਗੋਬਿੰਦ ਭੂਲ ਮਤ ਜਾਓ, ਤੇ ਮਾਨਸ ਜਨਮ ਕਾ ਹੀ ਲਾਓ। ਕਿਹੜਾ ਲਾਭ ਹੈ? ਜਪਣ ਵਾਲਿਆਂ ਦੀ ਵਡਿਆਈ ਹੈ। ਤੇ ਜਿਹੜੇ ਜਪਦੇ ਫਿਰ ਉਹ ਸਵਾਸਾਂ ਨੂੰ ਕਦੇ ਦਮ ਨਾ ਮਿਰਥਾ ਜਾਏ। ਆ ਕੇ ਬੇਨਤੀ ਕੀਤੀ ਬਾਬਾ ਜੀ ਸੇਵਾ ਵਿੱਚ ਅਸੀਂ ਦੂਸਰੇ ਜੋੜਦੇ। ਤੇ ਸੇਵਾਦਾਰ ਦਾ ਫਰਜ਼ ਹੁੰਦਾ ਅੱਗੇ ਬੇਨਤੀ। ਬਾਬਾ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਜਦ ਦਵਿੰਦਰ ਸਿੰਘ ਪਟਿਆਲੇ ਤੋਂ ਰਾਜਾ ਆਇਆ, ਉਹਨੇ ਬੇਨਤੀ ਕੀਤੀ ਹੈ, ਬੇਨਤੀ ਜਲਦੀ ਜਾਣਾ, ਮੀਟਿੰਗ ਹੈਗੀ ਹੈ ਫਿਰੋਜ਼ਪੁਰ, ਤੇ ਜੇ ਕਿਰਪਾ ਕਰੋ ਤਾਂ ਛੇਤੀ ਦਰਸ਼ਨ ਦੇ ਦਿਓ। ਜੋ ਉਹਨੇ ਕਿਹਾ ਤੇ ਬਾਬਾ ਜੀ ਨੇ ਬੇਨਤੀ ਕਰਤੀ ਕਿ ਹਜ਼ੂਰੀ ਸੀ ਵੀ ਉਹ ਛੇਤੀ ਜਾਣਾ ਚਾਹੁੰਦਾ ਹੈ, ਦਰਸ਼ਨ ਕਰਨੇ ਚਾਹੁੰਦਾ, ਪਰ ਜਲਦੀ ਚਾਹੁੰਦਾ। ਹੁੰਦਾ ਹੀ ਉਹ ਕੰਮ ਫਿਰ ਆਪਾਂ ਹੁਣ ਵੀ ਕਹਿੰਦੇ ਛੇਤੀ ਮਿਲਣਾ। ਬਾਬਾ ਜੀ ਕਹਿੰਦੇ ਭਾਈ ਜੇ ਉਹਨੂੰ ਜਲਦੀ ਹੈ ਨਾ, ਸਾਡੇ ਨੂੰ ਕਹਿ ਦਿਓ ਉਹ ਜਾਵੇ, ਮੈਂ ਵਿਹਲਾ ਕੋਈ ਜੋ ਫਿਰ ਬਾਬਾ ਜੀ ਨੇ ਬਚਨ ਕੀਤਾ, ਉਹਨੇ ਬਾਬਾ ਜੀ ਨੇ ਉਹ ਬਚਨ ਸੁਣਾਤਾ। ਸ਼ਰਧਾ ਬਹੁਤ ਸੀ, ਡਰ ਬੜਾ ਸੀ ਵੀ ਜੇ ਹੁਣ ਦਰਸ਼ਨਾਂ ਤੋਂ ਬਿਨਾਂ ਚਲਿਆ ਗਿਆ ਪਤਾ ਨਹੀਂ ਕੀ ਹੋ ਜਾਏਗਾ। ਹੈ ਵੀ ਸੱਚੀ ਗੱਲ ਵੀ ਹੁਣ ਦਰਸ਼ਨਾਂ ਵਾਸਤੇ ਆਇਆ ਸੀ ਤੇ ਦਰਸ਼ਨ ਕੀਤੇ ਨਾ ਕਰੀਏ, ਹੁਣ ਗੁਰਦੁਆਰੇ ਆਈਏ ਤੇ ਮੱਥਾ ਨਾ ਟੇਕੀ ਤੇ ਫਿਰ ਬਾੜੀ ਤੇ ਗੱਲ ਹੋ ਸਾਡੇ ਵਾਸਤੇ। ਹੁਣ ਵੀ ਆਏ ਤਾਂ ਗੁਰਦੁਆਰੇ ਸੀ, ਵੀ ਰੋਟੀਆਂ ਖਾ ਕੇ ਚਲੇ ਗਏ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕੋਈ ਨਹੀਂ ਟੇਕਿਆ, ਕੀਰਤਨ ਹੋ ਰਿਹਾ ਸੁਣਿਆ ਕੋਈ ਨਹੀਂ। ਉਹ ਸਾਡਾ ਫਰਜ਼ ਬਣਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਕੀਰਤਨ ਸੁਣਨਾ। ਠੀਕ ਹੈ, ਬਹੁਤਾ ਨਹੀਂ, ਟਾਈਮ ਥੋੜਾ ਬੈਠੋ, ਪਰ ਇਹ ਤਾਂ ਬਿਲਕੁਲ ਤੋੜੀ ਜਾਓ। ਇਹ ਵਿਚਾਰ ਹੈ ਸੰਗਤ ਦੀ ਵੀ ਜਦੋਂ ਗੁਰੂ ਘਰ ਵਿੱਚ ਆਓ, ਸਤਿਗੁਰਾਂ ਨੂੰ ਮੱਥਾ ਟੇਕ ਕੇ ਜੇ ਕਥਾ ਕੀਰਤਨ ਹੁੰਦਾ, ਜੇ ਬਹੁਤਾ ਨਹੀਂ ਤਾਂ ਥੋੜਾ ਬਹੁਤਾ ਸਮਾਂ ਕੱਢਣਾ ਚਾਹੀਦਾ। ਇਹ ਨਹੀਂ ਵੀ ਹੱਥ ਲਾ ਕੇ ਮੁੜ ਜਾਈਏ। ਡਰ ਗਿਆ, ਭੈ ਸੀ ਬੜਾ ਬਾਬਾ ਜੀ ਦਾ, ਜੇ ਹੁਣ ਚਲਿਆ ਗਿਆ ਨਾ ਪਤਾ ਨਹੀਂ ਮੇਰੇ ਤੇ ਕੀ ਭਾਣਾ ਵਰਤ ਜਾਵੇ। ਇਹ ਜੋ ਕੁਛ ਅੱਖਾਂ ਨਾਲ ਵੇਖਿਆ ਉਹਨਾਂ ਤੋਂ ਮੈਂ ਸਰਵਣ ਕੀਤਾ। ਅੰਦਰ ਤਾਂ ਬਾਬਾ ਜੀ ਰਹਿਣ ਸਿੰਦੇ, ਰੇਲਵੇ ਲਾਈਨ ਤੋਂ ਬਾਹਰ, ਰੇਲਵੇ ਲਾਈਨ ਤੋਂ ਤੰਬੂ ਲਾ ਕੇ 3 ਦਿਨ ਬੈਠਾ ਰਿਹਾ। 3 ਦਿਨ, ਇੱਕ ਦਿਨ ਨਹੀਂ 3 ਦਿਨ। ਜਦੋਂ ਪ੍ਰਬੰਧ ਰਾਜਿਆਂ ਦੇ ਹੋਈ ਜਾਂਦੇ, ਉਹਨਾਂ ਵਾਸਤੇ ਕਿਹੜਾ ਵੱਡੀ ਗੱਲ ਹੁੰਦੀ। ਤੀਸਰੇ ਦਿਨ ਜਦੋਂ ਉਹਨੂੰ ਬੁਲਾਇਆ ਨਾ, ਤੇ ਕੀਰਤਨ ਨਹੀਂ ਬੰਦ ਕੀਤਾ ਵੀ ਕਮਰੇ 'ਚ ਸੱਦ ਕੇ ਕੋਈ ਸਰੋਪ ਪਾ ਦੇਣਾ, ਕੋਈ ਗਲ ਵਿੱਚ ਰਾਜਾ ਆਇਆ ਉਹਨੂੰ ਹਾਰ ਪਾਉਣਾ। ਕੀਰਤਨ ਦੀਵਾਨ ਲੱਗਿਆ ਸੀ, ਕੀਰਤਨ ਹੋ ਰਿਹਾ ਸੀ ਤੇ ਬਾਬਾ ਜੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਉਹਨੂੰ ਬੁਲਾਇਆ ਗਿਆ, ਲੰਮਾ ਬਹੁਤ ਸੀ ਉਹ, ਜਵਾਨ 6 ਫੁੱਟ ਤੋਂ ਜ਼ਿਆਦਾ ਵੱਧ ਸੀ ਉਹਦਾ ਕੱਦ। ਉਹਨੇ ਗੋਡਿਆਂ ਭਾਰ ਹੋ ਕੇ ਬਾਬਾ ਜੀ ਦੇ ਕੋਲੇ ਕੰਨ ਕੀਤਾ। ਕੰਨ 1 ਮਿੰਟ ਬਾਬਾ ਜੀ ਨੇ ਉਹਦੇ ਨਾਲ ਬਚਨ ਕੀਤੇ ਤੇ ਉਹਨੂੰ ਆਗਿਆ ਦੇ ਕੇ ਤੋੜ ਦਿੱਤਾ। 1 ਮਿੰਟ। ਉਹ ਵੀ ਕੀਰਤਨ ਬਾਣੀ ਦਾ ਉਵੇਂ ਚੱਲਦਾ, ਕੀਰਤਨ ਨਹੀਂ ਬੰਦ ਕਰਿਆ। ਤਾਂ ਜਿਨ੍ਹਾਂ ਨੇ ਅੱਖਾਂ ਨਾਲ ਵੇਖਿਆ ਸਾਰਾ ਸਮਾਂ ਚੱਲ। ਮੈਂ ਗੱਲ ਕਰਦਾ ਵੀ ਜਪਣ ਦੀ, ਵੀ ਦਮ ਦਮ ਸਦਾ ਸੰਭਾਲਦਾ, ਦਮ ਨਾ ਮਿਰਥਾ ਜਾਏ। ਜਿਨ੍ਹਾਂ ਨੂੰ ਸਵਾਸਾਂ ਦੀ ਕਦਰ ਹੈ, ਕੀਮਤ ਹੈ, ਜਿਨ੍ਹਾਂ ਨੇ ਸਮਝ ਲਿਆ ਵੀ ਇਹ ਸਵਾਸ ਮਹਾਂਪੁਰਖ ਦੁਨੀਆ ਤੋਂ ਸਰੀਰ ਤਿਆਗਣ ਲੱਗੇ, ਤੇ ਸੇਵਕਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਉਪਦੇਸ਼ ਕਰੋ, ਕਿਉਂਕਿ ਮਹਾਂਪੁਰਖ ਉਹ ਗੱਲ ਕਰਦੇ ਜਿਹੜੀ ਬੰਦੇ ਨੂੰ ਪ੍ਰਤੱਖ ਹੋਵੇ। ਮੈਂ ਕੱਲ ਸੁਣਾਇਆ ਹੋਵੇ ਰਾਗਾ ਸਿਆ
ਹੀਰਾ ਸਿੰਘ ਦੇ ਪਾਠ ਮੈਂ ਤੁਹਾਨੂੰ ਉਪਦੇਸ਼ ਨਹੀਂ ਕੀਤਾ, ਮੈਂ ਤੁਹਾਨੂੰ ਕਰਕੇ ਦਿਖਾਇਆ ਵੀ ਕਿੱਡੇ ਵੱਡੇ ਬਣ ਜਾਓ, ਬਸ ਆਪਸ ਕੋ ਕਰ ਕਛ ਨਾ ਜਨਾਬ ਹੈ, ਜਨਾਉਣਾ ਨਹੀਂ, ਆਪ ਗਵਾਈ ਹੈ ਤੇ ਤਾਂ ਸਫਾਈ ਹੈ। ਨਾਲੇ ਕਿ ਆਪਣੇ ਆਪ ਨੂੰ ਗਵਾਈ ਰੱਖੇਗਾ ਤੇ ਸੌ ਨੂੰ ਪਾਈ ਰੱਖੇਗਾ। ਇਸ ਤੋਂ ਬਿਨਾਂ ਕਹੇ ਔਰ कैसी चितराई, ਜੇ चितराई करेगा तो लड़ाई हो जू, तो लड़ाई होगी तो जुदाई, लड़ाई तो बाद ही डिवोर्स होंगे कोई, लड़ाई तो बाद फिर डिवोर्स से पहुँच जाते हैं लोग। लड़ाई पहला होती है तो डिवोर्स मगरों हो जाते। कहीं चितराई करेगा लड़ाई हो जूगी, तो लड़ाई होगी तो जुदाई होगी, जुदा हो जाएगा पाप। इवें महापुरख ऐसा जवाब देंदे ठोस जिहड़ा बंदे नूं समझ आ जाए। कहते भाई मेरे श्वास थोड़े हैं, जाओ कितों लियाओ, पैसे का कोई कमी नहीं सी, भज दौड़ की सेवादार ने। कहते महाराज ये श्वास नहीं कितों मिलते, कहते बस यही उपदेश है इन्होंने व्यर्थ ना गवाओ, दम दम सरा समान दम ना, कहते आही उपदेश है, ये श्वास पैसे ना नहीं मिलते। कंचन सो पाइया नहीं तोल, बनते राम लिया है, सिवने ना रब नहीं मिलता, या सिवने ना कदे श्वास मिल जाएंगे। जे सिवने ना श्वास मिलते हो राजे महाराजे कदे मर सकते हैं राम राम। हाँ ये रब की मेहर हो जाए वो गल तो है वखरी, गुरु कृपा कर दे वो गल वखरी है, पर यह श्वास जीवन भाई पैसे दाल माया ना किसी चीज की वस्तु नाल नहीं मिल सकती, नहीं मिल सकती। कहते भाई बसों आई उपदेश है, अपने श्वासां नूं व्यर्थ ना गवाओ, इन्हां नाल नाम जपो जपो, जपण वास्ते मिले ये नाम जपण वास्ते, नाम जपण तो जपण तो दिती जहबा, नाम जपण में दिती जहबा, नाम जपण को जहबा दिती, हर दर्शन को अखी, एक एक श्वास अमोलक जाए पर हाथ न आवे लखी। ये लखा करोड़ा नहीं मिलता। चलो राजा हो गया बेदा, मगरों संगत ने बेनती की महाराज जी, वो कहता सी उन्हें 3 दिन तुसी बाहर पाई रखिया रेलवे लैन तो, 3 दिन, फिर तीसरे दिन बुलाया तो उन्होंने कमरे च नहीं बुलाया, कोई जल पानी नहीं पूछा, कीर्तन बंद नहीं कराया, 1 मिनट वो कान च गल की। बाबा जी कहते भाई जिन्होंने कदर करिए उन्होंने बचन सुना पर सानू भी मत बुद्ध आवे, तिना देख मन चाओ अठंदा, मन चाओ। बाबा जी कहते साध संगत जी जिन्ने मेरे श्वास है ये मेरे नहीं गुरु नानक दे है। मैं तो गुरु नानक तो पूछया तो बिना किसी का गल करता नहीं, मैंने लोड़ की मैं की लेना। वो बेपरवाह न बोलनी हो मल मन धोवा पाए, बेपरवाह की संगत करके बेपरवाह हो सकते, डरपोक दी नहीं। बेपरवाह गुरु है, गुरु का नाम है निर्भव निर्वैर, रब का नाम है कहते निर्भव निर्वैर। गुरु हो सकता है भाव तो बिना ते निर्वैर बैर तो बिना। असीं तां भाव ते बैरां च फसे हुए हैं ना। बाबे कहना निर्भव की संगत करके बेपरवाह की संगत करके बंदा बेपरवाह हो सकता है, तो किसी डरपोक की संगत करके बंदा निर्भय नहीं हो सकता। तो बाबा जी कहते भाई मेरे श्वास है ही नहीं, जिन्ने मेरे श्वास है ना कहते गुरु नानक दे है, उन्होंने श्वासा ना मैं दुनियावी गल्लां करा, उन्होंने श्वासा ना मैं जे कोई गल करूँगा तो गुरु नानक की गल कर, गुरु नानक का नाम लवांगा, गुरु नानक की गल सुनांगा करांगा। तो इस वास्ते बाबे मेरे श्वास नहीं, क्यों किते है तो पक्की गल
ਇਹ ਸਵਾਸ ਵੀ ਆਪਾਂ ਲੈ ਕੇ ਆਏ। ਇਹ ਮਨੁੱਖਾ ਜਨਮ ਉਸ ਵਾਹਿਗੁਰੂ ਨੇ ਸਾਨੂੰ ਦਿੱਤਾ ਭਾਈ, ਉਹਦਾ ਦਿੱਤਾ ਹੋਇਆ ਇਹ ਜਨਮ ਜੀਵਨ ਹੈ, ਸਵਾਸ ਹੈ। ਤੇ ਬਾਬਾ ਜੀ ਕਹਿੰਦੇ ਸਨ ਭਾਈ ਅਮਾਨਤ ਵਿੱਚ ਖਿਆਨਤ ਨਹੀਂ ਕਰਨੀ। ਇਹ ਰੱਬ ਦੀ ਅਮਾਨਤ ਦਿੱਤੀ ਹੋਈ ਹੈ। ਸੰਸਾਰ ਵਿੱਚ ਤੈਨੂੰ ਵਾਹਿਗੁਰੂ ਨੇ ਭੇਜਿਆ ਹੈ ਬੰਦਗੀ ਕਰਨ ਵਾਸਤੇ, ਨਾਮ ਜਪਣ ਵਾਸਤੇ। ਇਹਨਾਂ ਸਵਾਸਾਂ ਨੂੰ ਆਪਾਂ ਜ਼ਰੂਰ, ਫਿਰ ਸਤਿਗੁਰਾਂ ਨੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਜਿਨ੍ਹਾਂ ਨੇ ਵੇਖਿਆ, ਜੇ ਉਹ ਜਿੰਨਾ ਫਲ ਉਹਨਾਂ ਨੂੰ ਤੇ ਉਹਨਾਂ ਫਲ ਸੁਣਨ ਵਾਲਿਆਂ ਨੂੰ, ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਸੁਖਮਨੀ ਸਾਹਿਬ ਠੀਕ ਹੈ। ਹੁਣ ਹੁਕਮ ਦਾ ਇਹ ਹੈ ਵੀ ਦਿਨ ਰਾਤੀ ਆਰਾਧੋ ਪਿਆਰੋ, ਇੱਕ ਨਿਮਖ ਨਾ ਕੀਜੈ ਕੀਲਾ। ਨਿਮਖ ਪਤਾ ਕਿੰਨਾ ਟਾਈਮ, ਥੋੜਾ ਅੱਖ ਜਿਹੜੀ ਝਮਕਦੀ ਹੈ ਇੰਨਾ ਟਾਈਮ, ਸ਼ੈਲ ਖੇਲ ਨਿਮਖ ਵੀ ਇੱਕ ਨਿਮਖ ਨਾ ਕੀਜੈ, ਇੰਨੇ ਵੀ ਢਿੱਲ ਨਹੀਂ ਕਰਨੀ, ਇੰਨੀ ਵੀ ਢਿੱਲ ਨਹੀਂ ਕਰਨੀ। ਤੇ ਸਾਡੇ ਦਾ ਹੁਣ ਦੇਖੋ ਨਿਤਨੇਮ ਤੋਂ ਬਾਅਦ ਧੰਦਿਆਂ ਵਿੱਚ ਹੀ ਕੰਮ ਲੰਘ ਜਾਂਦਾ, ਗੱਲਾਂ ਬਾਤਾਂ 'ਚ ਰਾਤ ਤੱਕ ਸੌਣ ਤੱਕ ਗੱਲਾਂ ਕੰਮ ਕਰਕੇ ਥੱਕ ਜਾਂਦੇ, ਫਿਰ ਸਵੇਰੇ ਨਹੀਂ ਉੱਠਿਆ ਜਾਂਦਾ। ਪਰ ਮਹਾਰਾਜ ਨੇ ਤਰਸ ਕਿੰਨਾ ਕੀਤਾ, ਕਹਿੰਦੇ ਭਾਈ ਇੱਕ ਪਾਠ ਕਰ ਲਓ ਸੁਖਮਨੀ ਸਾਹਿਬ ਦਾ, ਕਿਉਂਕਿ ਬਾਣੀ ਉਚਾਰਨ ਕਰਕੇ ਬੇਨਤੀ ਕੀਤੀ ਸੀ। ਪਾਤਸ਼ਾਹ ਕ੍ਰਿਸ਼ਨ ਮਹਾਰਾਜ ਨੇ ਸਹਸਰਨਾਮਾ ਲਿਖਿਆ ਹੈ, ਅਸੀਂ ਆਪ ਦਾ ਹੁਕਮ, ਅਸੀਂ ਗ੍ਰਸਤੀ ਬੰਦੇ ਹਾਂ, ਭੁੱਲ ਜਾਂਦੇ ਹਾਂ, ਸਾਨੂੰ ਦਿਨ ਰਾਤ ਸਵਾਸ ਸਾਡੇ ਵੱਸ ਦਾ ਰੋਗ ਨਹੀਂ, ਕੋਈ ਸਿਖਾਇਆ ਰਸਤਾ ਦੱਸੋ। ਮਹਾਰਾਜ ਨੇ ਬਾਣੀ ਉਚਾਰਨ ਕਰਕੇ ਭਾਈ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਲਓ, ਤੁਹਾਡੇ 24,000 ਸਵਾਸਾਂ ਦਾ ਹਿਸਾਬ ਕਿਤਾਬ ਹੈ, ਵੱਧ ਘੱਟ ਵੀ ਆਉਂਦੇ ਆ। ਆਰਾਮ ਕਰਕੇ ਔਸਤ ਭਾਵ ਐਵਰੇਜ ਇੰਨੀ ਪੈਂਦੀ ਹੈ, 24,000 ਸਵਾਸ ਆਉਂਦੇ ਆ। ਕਹਿੰਦੇ 24,000 ਹੀ ਅੱਖਰ ਹੈ ਸੁਖਮਨੀ ਸਾਹਿਬ ਦੇ, ਤੇ ਕਹਿੰਦੇ ਇੱਕ ਪਾਠ ਕਰ ਲਓ, ਤੁਹਾਡੇ ਸਵਾਸਾਂ ਤੇ ਗੁਰੂ ਕੀ ਮੋਹਰ ਲੱਗ। ਇਸ ਮਾਰਗ ਨੂੰ ਦੇਖੋ ਕਿਵੇਂ ਬਾਬਾ ਜੀ ਤੋਰੇ ਭਾਈ, ਕਹਿੰਦੇ ਇੱਕ ਪਾਠ ਦਾ ਕਰ ਲਓ, ਤੁਹਾਡੇ 24,000 ਸਵਾਸ ਸਫਲ ਹੋ ਜਾਣਗੇ। ਜੇ 2 ਕਰੋਗੇ ਤਾਂ ਗੁਰੂ ਨਾਨਕ ਦੀ ਬੈਂਕ 'ਚ ਇੱਕ ਪਾਠ ਜਮ੍ਹਾਂ ਹੋ ਜਾਏਗਾ। ਅੱਗੇ ਤੋਰੀ ਨਾ ਗੱਲ, ਮੈਂ ਉੱਥੇ ਅੱਗੇ ਦੱਸੇ ਤੁਹਾਨੂੰ ਵੀ ਦਵਾਈ ਕਹਿੰਦੀ ਕਥਾ ਵਿਚਾਰਾਂ ਕਰਨੀਆਂ ਬੰਦ ਕਰਨੀਆਂ। ਉੱਥੇ ਕੋਈ ਗਿਆ ਆਸਟ੍ਰੇਲੀਆ ਤੋਂ, ਕੋਈ ਧਰਮ ਦੇ ਬਾਰੇ ਬੋਲਿਆ, ਮੈਂ ਕਿਹਾ ਉਹ ਜਿਹੇ ਬੰਦੇ ਨੂੰ ਤਾਂ ਰੋਕੋ, ਪਰ ਕਥਾ ਕਹਾਣੀਆਂ ਬੰਦ ਕਿਵੇਂ ਹੋ ਸਕਦੀ? ਹਰ ਕੇ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। 3 ਤਰ੍ਹਾਂ ਦੇ ਹੁੰਦੇ ਬਾਬੇ, ਇੱਕ ਹੁੰਦਾ ਕਪੁੱਤਰ, ਦਾ ਨਾਂ ਨਹੀਂ ਲਿਖਿਆ, ਇੱਕ ਹੁੰਦਾ ਪੁੱਤਰ, ਇੱਕ ਹੁੰਦਾ ਸਪੁੱਤਰ, ਇੱਕ ਹੁੰਦਾ ਕਪੁੱਤਰ। ਬਾਣੀ 'ਚ ਕਪੁੱਤਰ ਦਾ ਨਾਮ ਕੋਈ ਨਹੀਂ। ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਆ ਗੁਰੂ ਕਹਿੰਦਾ ਕਰ ਲਿਆ, ਤੇ ਤੁਸੀਂ ਕਥਾ ਕਰਨ ਬੰਦ, ਤੁਸੀਂ ਉਹ ਜਿਹੇ ਬੰਦੇ ਨੂੰ ਰੋਕੋ ਵੀ ਕਿਸੇ ਧਰਮ ਦੀ ਨਿੰਦਿਆ ਨਾ ਕਰੋ। ਭਾਈ ਬਾਬਾ ਜੀ ਕਹਿੰਦੇ ਭਾਈ ਰਾਮ ਰਾਮ ਕਰੋ, ਅੱਲਾ ਅੱਲਾ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਉਪਦੇਸ਼ ਚਾਹੋ ਕਰਨਾ ਕੋ ਸਾਂਝਾ। ਕਿਸੇ ਨੂੰ ਕੀ ਦੁੱਖਿਆ ਜਦੋਂ ਸਾਂਝਾ ਉਪਦੇਸ਼ ਕਰਦੇ, ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਵੀ ਸਾਰੇ ਧਰਮ ਚੰਗੇ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਨਹੀਂ ਮਾੜਾ ਕਹਿੰਦੇ, ਸਾਨੂੰ ਕੀ ਹੱਕ ਹੈ? ਆ ਗੁਰੂ ਗ੍ਰੰਥ ਸਾਹਿਬ ਲਿਖਦੇ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਇਹਨਾਂ ਨੂੰ ਝੂਠ ਨਾ ਕਹੋ। ਵੇਦ ਕਤੇਬ ਕਰਾਮ ਝੂਠਾ ਜੋ ਨਾ ਵਿਚਾਰ, ਝੂਠੇ ਤਾਂ ਅਸੀਂ ਜਿਹੜੇ ਵਿਚਾਰ ਨਹੀਂ ਕਰਦੇ, ਬਚਨ ਨਹੀਂ ਮੰਨਦੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਝੂਠੇ ਨਹੀਂ, ਗਲਤ ਨਹੀਂ, ਤੇ ਸਾਨੂੰ ਕੀ ਹੱਕ ਹੈ? ਚਾਹੇ ਹਿੰਦੂ ਧਰਮ ਦੀ ਨਿੰਦਿਆ ਕਰੀਏ ਆਪਾਂ ਮੁਸਲਮਾਨਾਂ ਦੀ, ਬਿਲਕੁਲ ਨਹੀਂ ਕਿਸੇ ਦੀ ਕਰਨੀ ਚਾਹੀਦੀ। ਹਾਂ ਬਾਬਾ ਜੀ ਕਹਿੰਦੇ ਠੀਕ ਆ, ਹਰ ਇੱਕ ਬੀਬੀ ਨੂੰ ਹੱਕ ਹੈ ਆਪਣੇ ਪਤੀ ਨੂੰ ਪਰਮੇਸ਼ਰ ਕਹੇ, ਪਰ ਦੂਜੇ ਦੇ ਪਤੀ ਨੂੰ ਨਿੰਦਾ ਦਾ ਕੋਈ ਹੱਕ ਨਹੀਂ। ਸਿੱਖ ਨੂੰ ਆਪਣੇ ਗੁਰੂ ਦੀ ਵਡਿਆਈ ਕਰੋ, ਦੂਜੇ ਨੂੰ ਮਾੜਾ ਕਹਿਣ ਦਾ ਸਿੱਖ ਨੂੰ ਕੋਈ ਹੁਕਮ ਨਹੀਂ। ਆਪਣੇ ਗੁਰੂ ਨੂੰ ਕਹੋ ਸਤਿਗੁਰ ਵੱਡਾ ਖਾਲਸਾ ਲਾਹੀਆ, ਜਿਸ ਵਿੱਚ ਵੱਡੀਆਂ ਵਡਿਆਈਆਂ।
ਵਡਿਆਈ। ਮੈਂ ਕਿਹਾ ਪੁੱਤ ਸਪੁੱਤ ਕਰੇ ਨਾ, ਕਪੁੱਤਰ ਹੈ ਬਾਕੀ ਜਿਹੜਾ ਪੁੱਤ 10 ਕਿੱਲੇ ਦੇਤੇ ਉਹਨੂੰ ਸਾਂਭ ਕੇ ਰੱਖਿਆ, ਉਸ 10 ਪੁੱਤ ਦਾ ਹੋਣਾ ਨਾ ਘਟਾਉਣਾ, ਉਹ ਪੁੱਤ ਹੈ ਜੋ ਜਾਇਜ਼ ਦੇ। ਸਪੁੱਤਰ ਉਹ ਜਿਹੜਾ 10 ਤੋਂ 50 ਬਣਾ ਲੇ, ਦੁੱਗਣੀ ਚੌਗਣੀ ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਤੇ ਬਾਬਾ ਜੀ ਨੇ ਬੜੇ ਫਕਰ ਨਾਲ ਕਹਿਣਾ, ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤੇ ਤਾਂ ਮੇਰੇ ਮਨ ਪਿਆ ਲਾਨਾ। ਪਿਓ ਦਾਦੇ ਉੱਚੋ ਤੋਂ ਲੈ ਕੇ ਬਾਬਾ ਜੀ ਦਾ ਬਹੁਤ ਖਜ਼ਾਨਾ ਕਹਿੰਦੇ, ਤੇ ਬਚਨ ਕਲਕੱਤੇ ਤੋਂ ਸ਼ੁਰੂ ਕੀਤੇ। ਕਹਿੰਦੇ ਭਾਈ ਸਮਝ ਨਹੀਂ ਆਏ ਉਹ ਬਚਨਾਂ ਨੂੰ, ਅਖੀਰ ਤੇ ਪਤਾ ਲੱਗਿਆ। ਕਹਿੰਦੇ ਭਾਈ ਦੁਕਾਨ ਬਹੁਤ ਚੱਲਦੀ ਹੈ, ਗਾਹਕ ਬੜੇ ਹੈ, ਸੌਦਾ ਲੈਣ ਵਾਲੇ ਬਹੁਤ ਹੈ, ਨਾਮ ਦੀ ਦੁਕਾਨ। ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਐਡਾ ਸਾਡੇ ਕੋਲ ਖਜ਼ਾਨਾ ਸਾਡੇ ਪਿਓ ਦਾਦੇ ਦਾ, ਤੇ ਲੋਕ ਇੱਕ ਨਾਮ ਦੀਆਂ ਦਾਤਾਂ ਲੈਣ ਵਾਸਤੇ ਬਹੁਤ ਆ ਰਹੇ। ਸਮਝ ਨਹੀਂ ਆਈ। ਇੱਕ ਵਾਰ ਅਸੀਂ ਛੋਟੇ ਬੱਚਿਆਂ ਨੇ, ਜਿਹੜੇ ਮੇਰੀ ਉਮਰ ਦੇ 3-4 ਭੈਣ ਸੀ, ਭਾਈ ਦਾਨ ਸਿੰਘ ਮਾਣੂਕਿਆਂ ਤੋਂ, ਝੋੜਾ ਕੋਲ ਮਾਣੂ, ਉਹ ਵੀ ਪੁਰਾਣੇ ਸੰਗੀ ਸੀ, ਸੁੱਚਾ ਸਿੰਘ, ਦਾਨ ਸਿੰਘ, ਉਦੇ ਸਿੰਘ। ਅਸੀਂ ਬੇਨਤੀ ਕੀਤੀ ਵੀ ਬਾਬਾ ਜੀ ਇਉਂ ਕਿਉਂ ਕਹਿੰਦੇ ਆ, ਅਸੀਂ ਬੱਚੇ ਸੀ, ਸਾਨੂੰ ਗਿਆਨ ਗੁਣ ਕੋਈ ਵੀ, ਕੋਟਾ ਥੋੜਾ ਕਿਉਂ ਕਹਿੰਦੇ ਬਾਬਾ। ਉਦੋਂ ਰਹਿ ਦਾ ਪਾਠ ਹੋ ਗਿਆ ਤੇ ਅਰਦਾਸ ਹੋ ਗਈ, ਅਸੀਂ ਦੌੜ ਕੇ ਦਵਾਜ ਜਾਣਾ ਸੀ। ਰਹਿ ਦੇ ਮੌਕੇ ਬਾਹਰ ਆ ਜਾਂਦੇ ਰੰਗ ਸਿੰਘ, ਇਹ ਮੈਨੂੰ ਯਾਦ ਆ, ਸੀਤਲ ਇੱਕ ਹੋਰ ਸਰਵੀਸ ਸੀ, 3-4 ਅਸੀਂ ਇੱਕ ਉਮਰ ਦੇ ਮੁੰਡੇ, ਛੋਟੀ ਉਮਰ ਦੇ। ਅਸੀਂ ਜ਼ਰੂਰ ਉਹਨਾਂ ਨੂੰ ਪੁੱਛਿਆ, ਬਾਬਾ ਜੀ ਇਹ ਕਾਹਤੋਂ ਕਹਿੰਦੇ ਹੈ ਵੀ ਕੋਟਾ ਥੋੜਾ, ਖਜ਼ਾਨਾ ਬੜਾ ਹੈ, ਗਾਹਕ ਬੜੇ ਹੈ, ਤੇ ਕਹਿਣਾ ਦਿਨ ਰਾਤ ਮਨ ਕਰਦਾ ਹੈ। ਤੇ ਕਹਿੰਦੇ ਕਹਿਣਾ ਕਿ ਮੈਨੂੰ ਪਤਾ ਗਿਆਨੀ ਜੀ ਅਸੀਂ ਇੱਥੇ ਬੈਠੇ ਸੀ ਰਜਿੰਦਰ, ਕਹਿੰਦੇ ਸੀ ਸਾਡੇ ਗਿਆਨੀ ਜੀ ਆਏ ਆ, ਇਹਨਾਂ ਨੂੰ ਕਹਿੰਦੇ ਕੋਈ 13ਵਾਂ ਮਹੀਨਾ ਲਾਉਣ ਦਾ ਕੋਈ ਸਾਲ ਵਧਾ ਦਿਓ, ਸਾਲ ਵਧਾ ਦਿਓ। ਰਾਧਾ ਕ੍ਰਿਸ਼ਨ ਨੂੰ ਬਾਬਾ ਜੀ ਮਿਲੇ, ਉਹਨੇ ਬੇਨਤੀ ਕੀਤੀ, ਰਾਸ਼ਟਰਪਤੀ ਭਵਨ 'ਚ ਚਰਨ ਪਾਏ। ਬੜਾ ਬਚਨ ਕੀਮਤੀ ਹੈ, ਇਹ ਸਾਨੂੰ ਸੁਣਾਇਆ ਗੁਰਮੁਖਾਂ ਨੇ। ਬਾਬਾ ਜੀ ਨੇ ਉਹਨੇ ਬੇਨਤੀ ਕੀਤੀ, ਰਾਧਾ ਕ੍ਰਿਸ਼ਨ ਨੂੰ, ਬਾਬਾ ਜੀ ਸੇਵਾ ਦੱਸੋ। ਇੱਕ ਪੜ੍ਹਿਆ ਲਿਖਿਆ ਸੁੱਚਾ ਸਿੰਘ ਸੀ, ਆਪਣਾ ਨਾਮ ਨਹੀਂ ਯਾਦ, ਬਹੁਤ ਪੜ੍ਹਿਆ ਹੋਇਆ ਸੀ, ਤੇ ਬੂਟਾ ਸੋਹਣੇ ਨਾਲ ਸੀ। ਕਹਿੰਦੇ ਬਾਬਾ ਜੀ ਕਹਿੰਦੇ ਵੀ ਇਹਨੂੰ ਪੁੱਛੋ, ਕਿਉਂਕਿ ਉਹਨੂੰ ਹਿੰਦੀ ਅੰਗਰੇਜ਼ੀ ਆਉਂਦੀ ਸੀ, ਕਿਉਂਕਿ ਉਹ ਉਹਦਾ ਸਾਊਥ ਦਾ ਸੀ ਨਾ, ਪੜ੍ਹਿਆ ਲਿਖਿਆ ਬਹੁਤ ਸੀ, ਵੀ ਇਹਦੇ 'ਚ ਕਿੰਨੀ ਕੁ ਪਾਵਰ ਹੈ। ਉਹ ਜਿਹੜਾ ਜ਼ਿਆਦਾ ਪੜ੍ਹਿਆ ਸੀ ਬੰਦਾ, ਇਹ ਬੂਟਾ ਕੋਲ, ਉਹਨੂੰ ਆਖਿਆ ਦੇਖੋ ਬਾਬਾ ਜੀ ਦੇ ਕਈ ਨੂੰ ਪਤਾ ਵੀ ਰਾਸ਼ਟਰਪਤੀ ਮੁਲਕ ਕਦੇ ਕਦੇ ਤਾਈਂ ਤਾਂ ਕਹਿਣਾ ਆਹ ਗੱਲਾਂ ਦੇ ਪੜ੍ਹਿਆ, ਉਹ ਪੜ੍ਹਿਆ ਨਹੀਂ, ਪੜ੍ਹਿਆ ਮੂਰਖ ਆਖੀਏ। ਉਹਦੇ ਦਾ ਜਵਾਬ ਦਿੱਤਾ ਵੀ ਤੇ ਬਾਬਾ ਜੀ ਨਾਲ ਗੱਲ ਗਲਤ ਕਹੀ, ਇਹਨਾਂ ਨੂੰ ਪਤਾ ਵੀ ਇਹ ਰਾਸ਼ਟਰਪਤੀ ਦੇਸ਼ ਨੂੰ। ਬੁੱਢਾ ਸਿੰਘ ਮੈਂ ਕਿਹਾ ਵੀ ਤੁਸੀਂ, ਤੁਹਾਡੇ ਕੋਲ ਕੀ ਪਾਵਰ ਹੈ ਸੇਵਾ ਕਰਨ ਦੀ। ਉਹ ਕਹਿੰਦਾ ਬਾਬਾ ਜੀ ਦੱਸਣ ਵੀ ਸੇਵਾ, ਤੇ ਫਿਰ ਮੈਂ ਦੱਸੂ ਮੇਰੇ ਕੋਲ ਕੀ ਪਾਵਰ ਹੈ। ਤੇ ਬੱਚੇ ਸਾਰਿਆਂ ਨੂੰ ਸੁਣਨ ਵਾਲਾ, ਰਾਧਾ ਕ੍ਰਿਸ਼ਨ ਜੋ ਰਾਸ਼ਟਰਪਤੀ ਸੀ, ਉਹਨੇ ਆਖਿਆ ਇਹ ਤਾਂ ਉਹੀ ਅਨਪੜ੍ਹ ਵਾਲੀ ਗੱਲ ਕਰਦੀ, ਸੰਤਾਂ ਨੇ ਵੀ ਕੀ ਪਾਵਰ, ਇਹਨੂੰ ਪਤਾ ਨਹੀਂ ਮੁਲਕ ਦਾ, ਇੰਡੀਆ ਦਾ ਰਾਸ਼ਟਰਪਤੀ ਹੈ। ਬਾਬਾ ਜੀ ਕੋਲ ਸੇਵਾ ਕਰਨ ਦੀ ਤੇਰੇ ਕੋਲ ਪੁੱਛੋ ਕੀ ਪਾਵਰ ਹੈ। ਕਹਿੰਦੇ ਉਹ ਤਾਂ ਬੋਲਿਆ ਨਾ, ਉਹਦੇ ਮਨ 'ਚ ਸ਼ੰਕਾ ਵੀ ਬਾਬਾ ਜੀ ਨੇ ਕਿਹਾ ਸਵਾਲ ਕੀਤਾ, ਉਹ ਅਨਪੜ੍ਹਾ, ਉਹਨੂੰ ਕੀ ਤਾਂ ਪਤਾ ਹੀ ਬਾਬਾ ਜੀ ਦੇ ਕਿੰਨੇ ਮਹਾਨ ਦਰਗਾਹੀ ਬਚਨਾ। ਬੂਟਾ ਸੁਣਾ ਮੈਂ ਪੁੱਛਿਆ ਮਾਰੇ ਸੰਤ ਕਹਿੰਦੇ ਤੇਰੇ 'ਚ ਕੀ ਪਾਵਰ ਹੈ। ਉਹ ਕਹਿੰਦਾ ਪਹਿਲਾਂ ਮੈਨੂੰ ਸੇਵਾ ਦੱਸਣ, ਫਿਰ ਮੈਂ ਦੱਸੂ। ਉਹਦਾ ਸਵਾਲ ਇਹ ਉਦਾਸੀ ਬੜਾ ਡੂੰਘਾ ਬਚਨਾ, ਸਾਰੇ ਸੁਣ। ਬਾਬੇ ਕਹਿੰਦੇ ਭਾਈ, ਬਾਬਾ ਜੀ ਕਹਿੰਦੇ ਮੇਰਾ ਬੜਾ ਜੀਅ ਕਰਦਾ ਪੰਥ ਦੀ ਸੇਵਾ ਕਰਨ ਵਾਸਤੇ, ਆਹੀ ਬਚਨ ਪਿਓ ਦਾਦੇ ਦਾ ਕੋਲ ਮਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆਰਾ। ਕਹਿੰਦੇ ਕਹੋ ਮੇਰੀ ਉਮਰ ਵਧਾ ਦੇ। ਕਹਿੰਦੇ ਸੋਫੇ ਤੋਂ ਸਿੱਧਾ ਹੀ ਖੜਾ ਹੋ ਗਿਆ। ਕਹਿੰਦੇ ਤਿੰਨਾਂ ਲੋਕਾਂ ਦੀ ਦਾਤ ਹੈ ਮਾਂ। ਉਹਨੂੰ ਕੀ ਪਤਾ ਕਿਹੜੀ ਸੇਵਾ ਕਹਿ ਰਹੇ।
कहते मेरा बड़ा जी करता बाबा मैं पंथ की सेवा करा पर कोटा थोड़ा मेरी उम्र बढ़ा देवे। जो गल कही बूटा सगा सीधा ही खड़ा हो गया सोफे तो कहते 3 लोग दे ज्ञाता है महापुरुष राधा कृष्ण के बचना पाई आ गल का किहनूं पता। उन्हें कहा पहले वो सेवा दसन फिर मैं दसो मेरे कितनी पावर बाबा तेरा मेरी उम्र बढ़ा दे कोटा थोड़ा पा जो शरीर से आगे पता हो लगे भी आ भाव से कोटा थोड़ा इन्ना कहते संगत दर्शन किए है लखां का कट होंदा सी लखां पुछ लिया बाबा जी ने कहते भाई किन्ना कलकत्ते 58 च किन्नी क संगत है जी 600 गिनती आई शुक्रवार की गल शनिचरवार भाई केर सोनी शब्द पढ़ाते से जे मिलना कलगियां वाले खंडे का अमृत पीना 2-3 बारी खालसा स्कूल भवानीपुर कलकत्ते का जिक्र करता जो अखा ने वेख्या बंद करके बाबा जी ने भाई जेड़ा कलगियां वाले का मिलना चाहता ना वो बोले जेड़ा कलगियां वाले का मिलना चाहता वो खंडे बाटर का अमृत छके जेड़ा नहीं मिलना चाहता ना वो अमर छके ते ना बोले आ वचन कीते अवतार सुन डराउंदे सी बाबा जी 3-4 बार कलकत्ते भवानीपुर खालसा 2-3 बारी कहने भाई जेड़ा कलगियां वाले नूं नहीं मिलना चाहता ना पढ़े ते ना ही अमर छके आही लफ्ज जेड़े मैं कह रहा उन्होंने मुखार पैंदे 3 बारी कह के फिर आप भी कहते भी कलगियां वाले के दर्शन कौन नहीं चाहता दर्शन को लोचा सब कोई आ पाती पड़ी कहते दर्शन को लोचा है केड़ा कहना कलगी वाले दर्शन नहीं कोई चाहता सारे चाहते दर्शन को लोचा है सब कोई पर पूरा भाग प्राप्त भागा ना होंगे तो भाग बनते संगत बचा के जप के बनते भाग बाबू कहना कहीं जी भाग नहीं तो बना ला ਹੁਣ ਬਣਦੇ ਭਾਗ ਉਹ ਬੱਚਾ ਪੜ੍ਹੇਗਾ ਭਾਗ ਬਣ ਗਿਆ ਟੀਚਰ ਬਣ ਗਿਆ ਭਾਗ ਬਣ ਗਿਆ ਜੇ ਕਿਸੇ ਨੇ ਕਹਿ ਦੇਣਾ ਕਹਿੰਦੇ ਜੇ ਨਹੀਂ ਭਾਗ ਸਵਰਿਆ ਹੁਣ ਬਣਾ ਲਾ ਜਪ ਸੰਗਤ ਕਰ ਸੇਵਾ ਕਰ ਹੁਣ ਬਣ ਜਾਣਗੇ ਪਰ ਭਾਗਾਂ ਤੋਂ ਬਿਨਾਂ ਤਾਂ ਤੂੰ ਸੰਗਤ ਵਿੱਚ ਆ ਹੀ ਨਹੀਂ ਸਕਦਾ ਕਹਿੰਦੇ ਦਰਸ਼ਨ ਹੁੰਦੇ ਆ ਕਹਿੰਦੇ ਪੜੋ ਭਾਈ ਸਾਹਿਬ ਕੀ ਤਾਂ सोमवार जो पूछा 3500 की गिनती हो गई अमृतसर 3500 600 इन्ने बचन नाल 5 जथे बना के अमृत छकाया मैं भी नाल से उस मौके 58 की गल 58 की गल ते जिन्होंने ये स्वासा कोई संभालिया है उन्होंने वचन सुनिए ते मनिए जपन वास्ते ही दुनिया चाहिए तो बाबा जी ने भाई नाम जपया तो जपाया अज उन्होंने 100वां साल मुख रह के भाई आप जप रहे हैं मैं तो कहना बहुत साढ़े चंगे भाव है बहुत चंगे भाव है बाणी गुरु गुरु है बाणी जो बाणी नूं गुरु कहता तो फिर गुरु के ही दर्शन करते हैं बाणी गुरु का स्वरूप है रूप है आप हर रोज किन्ने किन्ने बार दर्शन करते हैं भावना के प्यार कोई होना चाहिए बाबा जी ने यो संगतां गुरु नाल जोड़िया नाम नाल जोड़िया बाणी नाल जोड़िया अमृत छको ये बाबा जी जरूर कहते सन भाई कोटा थोड़ा है खजाना बहुत है प्यो दादे का खोल पुच्चो वाले बाबा जी बाबा नंद सिंह महाराज का खजाना कहते बहुत है बरदाव भी बहुत रहे हैं तो लैन वाले गाहक भी बहुत है पर कह देना अखीर ते कोटा थोड़ा वो टाइम थोड़ा राधा कृष्ण जी को कहा तो वो खड़ा हो गया सोफे तो हाथ जोड़ कर 3 लोग दे ज्ञाता महापुरख है वो बाबा जी जिन्होंने स्वासा की कदर की है तो सानू भी गुरु नाल नाम जपण वास्ते जेड़ा श्वास एक बारी चलेगा फिर मुड़ के नहीं आना जिमें बाबा जी ने 1 मिनट गल की कहता है बड़ा बड़ा बचन है समझने वाला बचन है ठीक उन्होंने वर्गे तो नहीं आप बन सकते थोड़ा बहुत तो उपराला
ਕਰੀਏ ਨਾ। ਸੁਖਮਨੀ ਸਾਹਿਬ ਦਾ ਪਾਠ ਉਚਾਰਨ ਕਰਤਾ ਪਾਤਸ਼ਾਹ ਨੇ, ਇਹਦਾ ਇੱਕ ਪਾਠ ਕਰੋਗੇ ਬਾਬਾ ਜੀ ਨੇ ਸਪੁੱਤਰ ਬਣ ਕੇ ਦਿਖਾਇਆ, ਭਾਈ 2 ਕਰੋਗੇ ਤੇ ਗੁਰੂ ਨਾਨਕ ਦੀ ਬੈਂਕ 'ਚ ਜਮ੍ਹਾਂ ਹੋ ਜਾਏ। ਪੈਸਾ ਬੈਂਕ ਜਮ੍ਹਾਂ ਕੀਤਾ ਆਪਾਂ ਕਢਾ ਸਕਦੇ, ਜੇ ਨਾ ਹੀ ਹੋਵੇ, ਜ਼ੀਰੋ ਹੋਵੇ, ਕੀ ਕਢਾਵਾਂਗੇ। ਤੇ ਫਿਰ ਕਿਸੇ ਨੇ ਕਿਹਾ ਜੀ 24,000 ਅੱਖਰ ਹੀ ਬਾਬਾ ਕਹਿੰਦੇ ਭਾਈ, ਕਿਉਂਕਿ ਮਹਾਂਪੁਰਖ ਬਾਹਲਾ ਬਾਦ ਭਾਲ ਨਿਕਲ ਕਦੇ 50 ਸੰਪਟ ਲਾ ਲਿਆ ਕਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ, ਕਹਿੰਦੇ ਉਹ 24,000 ਸਵਾਸ ਅੱਖਰ ਪੂਰੇ ਹੋ ਜਾਣ। ਬਾਹਲਾ ਗਿੱਲਾ ਪੀਣ ਨਹੀਂ ਪਾਉਣੀ, ਸਿੱਧਾ ਹੀ ਕਹਿਤਾ। ਉਹਨੇ ਮੂੰਹ ਕੱਢਿਆ ਜੀ ਅੱਖਰ ਗਿਣੇ ਆ ਪੂਰੇ ਨੇ, ਕਹਿੰਦੇ ਐ ਪੂਰੇ ਕਰ ਲਾ, ਹੋਰ ਕਿਹੜੀ ਗੱਲ ਹੈ। ਕਹਿੰਦੇ ਆਹ ਹਰੇਕ ਅਸ਼ਟਪਦੀ ਦੇ ਅਖੀਰ ਤੇ ਪੜ੍ਹ ਲਿਆ ਕਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਤੇ ਭਗਤ ਜਨਾ ਕੈ ਮਨ ਵਿਸਰਾਮ। ਅੱਖਰ ਪੂਰੇ। ਅੰਮ੍ਰਿਤਸਰ ਦਾ ਜ਼ਿਕਰ ਕੀਤਾ ਜੀ, ਉੱਥੇ ਕੀਰਤਨ ਹੁੰਦਾ ਬਾਬਾ ਅਵਤਾਰ ਸਿੰਘ, ਵਡਿਆਈ ਸੋਨੇ ਦੇ ਨਹੀਂ, ਸਰੋਵਰ ਦੇ ਨਹੀਂ। ਕਹਿੰਦੇ ਮਹਾਰਾਜ 24,000 ਤਾਂ ਰਾਤ ਦਿਨ ਤੱਕ ਕੀਰਤਨ ਉੱਥੇ ਹੁੰਦਾ ਨਹੀਂ, 24 ਘੰਟੇ। ਜਦੋਂ ਹਰਿਮੰਦਰ ਸਾਹਿਬ ਦੀ ਸੇਵਾ ਹੁੰਦੀ ਹੈ, ਇਸ਼ਨਾਨ ਕਰਾਇਆ ਜਾਂਦਾ, ਉਦੋਂ ਤੱਕ ਕੀਰਤਨ ਬੰਦ ਹੋ ਜਾਂਦਾ ਹੈ। ਬਾਬਾ ਜੀ ਕਹਿੰਦੇ ਭਾਈ ਕਮੇਟੀ ਨੂੰ ਕਹਿ ਦਿਓ ਜਦੋਂ ਕੀਰਤਨ ਬੰਦ ਹੋਵੇ ਨਾ, ਇੱਕ ਸਿੰਘ ਖੜ ਕੇ ਸੁਖਮਨੀ ਸਾਹਿਬ ਦਾ ਪਾਠ ਕਰੇ, ਫਿਰ 24 ਘੰਟੇ ਕੀਰਤਨ ਹੋਇਆ। ਕਿਉਂ ਜੋੜਦਾ ਸੀ ਨਾ, ਕਹਿੰਦੇ 24 ਘੰਟੇ ਤਾਂ ਹੁੰਦਾ ਨਹੀਂ। ਮੈਂ ਕਿਹਾ ਇਹ 24 ਘੰਟੇ ਕੀਰਤਨ ਦੀ ਬਰਕਤ ਹੈ, ਸੋਨੇ ਦੀ ਨਹੀਂ, ਪਾਣੀ ਦੀ ਕੋਈ ਬਰਕਤ ਨਹੀਂ। ਕਹਿੰਦੇ ਮਹਾਰਾਜ 24 ਘੰਟੇ ਤਾਂ ਹੁੰਦਾ ਨਹੀਂ, ਜਦੋਂ ਇਸ਼ਨਾਨ ਕਰਾਉਂਦੇ ਉਦੋਂ ਕੀਰਤਨ ਤਾਂ ਬੰਦ ਹੋ ਜਾਂਦਾ। ਬਾਬਾ ਕਹਿੰਦੇ ਕਿਉਂ 24 ਘੰਟੇ ਹੋ ਜੂਗਾ, ਉੱਠ ਕੇ ਵਾਲਾ ਤਾਂ ਕਿਸੇ ਖੂੰਜੇ ਖੜ ਕੇ ਪਾਠ ਕਰੀ ਜਾਵੇ, ਇਸ਼ਨਾਨ ਹੋ ਹੀ ਜਾਵੇ। ਉਹ ਫਿਰ ਕਮੇਟੀ ਨੇ ਉਸ ਮੌਕੇ ਹੁਣ ਦਾ ਪਤਾ ਨਹੀਂ, ਜਦੋਂ ਕੀਰਤਨ ਬੰਦ ਹੁੰਦਾ ਉੱਥੇ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਇੱਕ ਸਿੰਘ ਪਾਠ ਕਰਦਾ ਰਹਿੰਦਾ, ਵਿਛਾਈ ਹੁੰਦੀ ਰਹਿੰਦੀ, ਉਹ ਇੱਧਰ ਹੋ ਜਾਂਦਾ ਇੱਧਰ ਹੋ ਜਾਂਦਾ। ਜੇ ਇਸ਼ਨਾਨ ਕਰਾਉਂਦੇ ਆ, ਜਦੋਂ ਕੀਰਤਨ ਹੁੰਦਾ ਉਦੋਂ ਸੁਖਮਨੀ ਸਾਹਿਬ ਪਾਠ ਬੰਦ ਕਰ ਹੈ ਆ 24 ਘੰਟੇ ਕੀਰਤਨ ਹੋਏ ਨਾ। ਗੱਲ ਤਾਂ ਬਾਣੀ ਪੜ੍ਹਨੀ ਨਾ। ਕਿਉਂ ਬਾਬਾ ਜੀ ਇਸ ਤਰ੍ਹਾਂ ਦੇ ਸਿੱਧੇ ਬਚਨ ਕਰਕੇ ਸਾਨੂੰ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਬਾਣੀ ਨਾਲ ਕਿਵੇਂ ਜੋੜੀ ਇਸ ਭਾਈ। ਬੜੀ ਦੇਣ ਹੈ ਉਹਨਾਂ ਦੀ, ਬਾਬਾ ਜੀ ਦੀ, ਗੁਰੂ ਸਾਹਿਬ ਦੀ, ਜੋ ਸਾਡੇ ਤੇ ਬਹੁਤ ਤਰਸ ਕੀਤਾ ਹੈ। ਪਰ ਆਪਾਂ ਕੋਸ਼ਿਸ਼ ਕਰੀਏ ਭਾਈ ਸਮਝਣ ਦੀ ਵੀ ਕਿੱਡਾ ਪਰਉਪਕਾਰ ਅਸੀਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਨਹੀਂ ਦੇਖੇ। ਸੁਣਨ ਵਾਲੇ ਸਿੱਖਿਆ ਤੇ ਦਰਜਾ ਓਡਾ ਹੀ ਸਾਨੂੰ ਹੈ। ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ ਸੇ ਫਿਰ ਕਰਵਾਸ ਨਾ ਪਏ। ਜਿਹਨੇ ਸੁਣ ਲਿਆ ਤੇ ਵੇਖ ਲਿਆ, ਕਦੇ ਉਹ ਜੰਮਣ ਮਨ ਤੋਂ ਰਹਿਤ ਹੋ ਗਿਆ। ਇਦੋਂ ਵੱਡੀ ਦਿਆਲਤਾ ਦੁਨੀਆ ਤੇ ਹੋ ਸਕਦੀ, ਕੋਈ ਦਿਆਲ ਹੋ ਸਕਦਾ ਗੁਰੂ ਤੋਂ ਬਿਨਾਂ, ਜਾਂ ਪੂਰਨ ਮਹਾਂਪੁਰਖਾਂ ਤੋਂ ਭਾਈ। ਆਓ ਆਪਾਂ ਪਾਠ ਕਰੀਏ, ਕੰਗਣ ਘਾਟ ਦੀ ਸੇਵਾ ਦਾ ਭਾਈ ਖਿਆਲ ਰੱਖਣਾ। ਅੱਜ ਵੀ 3 ਪਰਿਵਾਰਾਂ ਨੇ ਸੇਵਾ ਕੀਤੀ ਆ। ਅਰਦਾਸ ਪਾਤਸ਼ਾਹ ਸਭ ਨੂੰ ਭਾਗ ਲਾਉਣ। ਸੇਵਾ ਤੇ ਸਿਮਰਨ ਦੋਏ ਪਰ ਹਨ ਪਈ, ਬੰਦੇ ਵਾਸਤੇ 2 ਪਰਾਂ ਨਾਲ ਹੀ ਹੁੰਦਾ ਪੰਛੀ। ਇਵੇਂ ਜਿਸ ਮਾਈ ਭਾਈ ਨੇ ਆਪਣਾ ਜੀਵਨ ਸਫਲ ਕਰਕੇ ਦਰਗਾਹ ਵਿੱਚ ਜਾਣਾ ਤੇ ਪਾਤਸ਼ਾਹ ਕਹਿੰਦੇ ਨਾਮ ਜਪੋ ਜਗ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸੇ। ਜੇ ਜਗ੍ਹਾ ਚਾਹੁੰਦਾ ਬੈਠਣ ਵਾਸਤੇ ਸੇਵਾ ਕਰ। ਸੇਵਾ ਤਾਂ ਜਿਹਦੀ ਮਰਜ਼ੀ ਕਰੋ, ਗੁਰੂ ਏਕ ਸੇਵਾ ਨੇਕ। ਪਰ ਜੇ ਗੁਰੂ ਦੀ ਸੇਵਾ ਮਿਲ ਜਾਵੇ ਇਸ ਤੋਂ ਵੱਡੀ ਕਿਹੜੀ ਗੱਲ ਹੈ। ਆਓ ਆਪਾਂ ਸੇਵਾ ਤੇ ਸਿਮਰਨ ਮੁੱਖ ਰੱਖ ਕੇ ਪਿਆਰ ਨਾਲ ਭਾਈ ਗੁਰੂ ਨਾਨਕ ਸਾਹਿਬ ਦੇ ਬਾਬਾ ਜੀ ਦੇ ਬਚਨਾਂ ਦਾ ਸਦਕਾ। ਮੈਨੂੰ ਬਿਲਕੁਲ ਕੋਈ ਗਿਆਨ ਨਹੀਂ, ਕੋਈ ਸੋਝੀ ਨਹੀਂ, ਮੈਂ ਸੱਚ ਬੋਲਦਾ। ਪਰ ਬਾਬਾ ਜੀ ਦੇ ਬਚਨਾਂ ਦਾ ਭਰੋਸਾ ਹੈ ਤੇ ਤੁਸੀਂ ਵੀ ਉਸ ਬਚਨਾਂ ਤੇ ਭਰੋਸਾ ਕਰਨਾ। ਇਹ ਆਪਾਂ 200 ਪਾਠ ਕਰਾਂਗੇ ਤਾਂ ਬਾਬਾ ਕਹਿੰਦੇ ਹਰ ਕੋਈ ਸਿੱਖ ਨੇ 200 ਵਾਰੀ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਦੇ। ਇਹ ਬਾਬਾ ਜੀ ਦੇ ਬਚਨ, ਮੈਨੂੰ ਕੋਈ ਗਿਆਨ ਨਹੀਂ। ਮੈਂ ਤਾਂ ਬਾਬਾ ਜੀ ਦੇ ਬਚਨ ਤੁਹਾਨੂੰ ਦੱਸਦਾ ਵੀ ਮੈਨੂੰ ਵੀ ਸ਼ਰਧਾ ਹੈ ਤੇ ਤੁਹਾਨੂੰ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਹੋਵੇਗੀ। ਇਹ ਪਾਠ ਉੱਥੇ ਗੁਰੂ ਇਕਬਾਲ ਸਿੰਘ ਟੈਕਸੀ ਚਲਾਉਂਦਾ ਜਿਹਨੇ ਸ਼ੁਰੂ ਕਰਾਇਆ ਪਾਠ। ਉਹ ਟੋਰਾਂਟੋ ਵਿੱਚ ਦੁਕਾਨਾਂ ਤੇ ਕਹਿੰਦਾ ਕਾਰੋਬਾਰ ਵੀ ਬਹੁਤ ਚੱਲੇਗਾ ਆਪਣਾ, ਤੇ ਚੱਲ ਪਏ ਸਾਹ ਸਾਖੀਆਂ ਨਹੀਂ ਗੱਲ ਪ੍ਰਤੱਖ ਹੈ। ਕਿਹੜਾ ਬੜਾ ਮੰਦਾ ਪਿਆ, ਏਜੰਸੀ ਰਾਹੀਂ ਕੰਮ ਮਿਲਿਆ ਕਰੇ। ਲੋਕਾਂ ਨੇ ਕਿਹਾ ਵੀ ਆਪਾਂ ਸੰਪਟ ਪਾਠ ਕਰਾਈਏ। ਟੋਰਾਂਟੋ ਸੰਪਟ ਪਾਠ ਕੀਤਾ, ਯਕੀਨ ਕਰੋ 1 ਮਹੀਨੇ ਅੰਦਰ ਵੱਡੇ ਵੱਡੇ ਬੋਰਡ ਲਾ ਕੇ 100 ਬੰਦਾ ਚਾਹੀਦਾ, 200 ਏਜੰਸੀਆਂ ਰਾਹੀਂ ਜਾਂਦੇ ਸਨ। ਇਹ ਪ੍ਰਤੱਖ ਗੱਲ ਹੋਈ ਹੈ 4-5 ਸਾਲ ਦੀ ਗੱਲ।
ਹੁਣ ਉਹ ਗੁਰਕਵਾਲ ਸਿੰਘ ਕਹਿੰਦਾ ਜਿਹੜੇ ਆਪਾਂ 84 ਦਾ ਪਾਠ ਕਰਨੇ ਆ, ਹੋਰ ਤਾਂ ਪਤਾ ਨਹੀਂ ਕਿਸੇ ਮਾਈ ਭਾਈ ਨੂੰ ਕਿਹਨੂੰ ਰੰਗ ਲੱਗ ਜਾਣਾ। ਕਹਿੰਦੇ ਕੈਨੇਡਾ 'ਚ ਕਾਰੋਬਾਰ ਵੀ ਬਹੁਤ ਚੱਲਣ, ਇੱਥੇ ਵੀ ਚੱਲਣਗੇ ਭਾਈ ਗੁਰੂ ਦੀ ਕਿਰਪਾ ਨਾਲ। ਕਹਿੰਦੇ ਇੱਥੇ ਵੀ ਆਪਣੇ ਸਾਰੇ ਮੁਲਕ ਵਿੱਚ ਸਾਰੇ ਸੰਗਿਆਂ ਦੇ ਕਾਰੋਬਾਰਾਂ ਦੀ ਬੜੀ ਬਰਕਤ ਪਊਗੀ। ਕਾਹਦੇ ਨਾਲ? ਜਪਜੀ ਸਾਹਿਬ ਦੇ ਪਾਠਾਂ ਨਾਲ। ਮੇਰੀ ਸ਼ਰਧਾ ਹੈ, ਭਾਵਨਾ ਜਾਂ ਜਿੰਨੀ ਮੈਨੂੰ ਬਾਬਾ ਜੀ ਨੇ ਮੱਤ ਬੁੱਧ ਬਖਸ਼ੀ, ਮੈਂ ਬੇਨਤੀ ਕਰਦਾ ਪਰ ਆਹ ਬਾਬਾ ਜੀ ਦੇ ਬਚਨਾਂ ਦਾ ਭਰੋਸਾ ਕਰੀਏ। ਜੇ 150 ਪਾਠ ਹੋਊਗਾ ਤਾਂ 150 ਵਾਰੀ ਗੁਰੂ ਨਾਨਕ ਦੇ ਪ੍ਰਤੱਖ ਦਰਸ਼ਨ ਕੀਤੇ ਮੰਨ ਲੈਣੇ ਬਾਬਾ ਜੀ ਦੇ ਬਚਨਾਂ ਰਾਹੀਂ। ਮੈਨੂੰ ਕੋਈ ਗਿਆਨ ਨਹੀਂ ਸੱਚੀ ਗੱਲ, ਮੈਂ ਸਿਰਫ ਬਾਬਾ ਜੀ ਦੇ ਬਚਨਾਂ ਦਾ ਭਰੋਸਾ ਕਰਕੇ ਤੁਹਾਨੂੰ ਨਿਮਰਤਾ ਸਹਿਤ ਪਿਆਰ ਨਾਲ ਬੇਨਤੀ ਕਰਦਾ। ਆਓ ਫਿਰ ਸਾਰਿਆਂ ਨੇ ਗੱਜ ਵੱਜ ਕੇ ਬੋਲਣਾ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਬਕਵਾਸ। ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਾਮ ਨਿਰਤਾਰ। ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਸ। ਸਹਿ ਸਿਆਣਪਾ ਲਖ ਹੋਏ ਨਾ ਇਕ ਨਾ ਚੱਲੈ ਨਾਲ। ਸਚਿਆਰਾ ਹੋਈਐ ਕਿ ਘੋੜੇ ਟੁੱਟੇ ਪਾਰ। ਪਰਜਾਈ ਚਰਣਾ ਨਾਨਕ ਲਿਖਿਆ ਨਾਲ। ਹੁਮੀ ਹੋਵਾ ਲੰਕਾਰ ਹੁਕਮ ਕਹਿ ਜਾਈ। ਹੁਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਮੀ ਉਤਰ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ ਨਾ ਹੋਵੇ ਕਹਿ ਨ ਕੋਇ। ਗਾਵੇ ਕੋ ਤਾਣ ਹੋਏ ਕਿਸੈ ਤਾਣ। ਗਾਵੇ ਕੋ ਤਾਣ ਜਾਣੇ ਨਿਸ਼ਾਨ। ਗਾਵੇ ਕੋ ਗੁਣ ਵਡਿਆਈ ਆਚਾਰ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਗਾਵੇ ਕੋ ਸਾਜ ਕਰੇ ਤਨ ਘੇਰ। ਗਾਵੇ ਕੋ ਜੀ ਲੈ ਫਿਰਦੇ। ਗਾਵੇ ਕੋ ਜਾਪੇ ਜਿਸੈ ਦੂਰ। ਗਾਵੇ ਕੋ ਵੇਖੈ ਆਧਾ ਦੂਰ। ਕਰਨਾ ਕਦੀ ਨ ਆਵੇ ਤੋੜ। ਕਦ ਕਦ ਕਦੀ ਕੋਟੀ ਕੋਟ ਕੋਟ। ਦੇਲਾ ਦੇ ਲੈਂਦੇ ਤੱਕ ਪਾਏ। ਜੁਗਾ ਜੁਗੰਤਰ ਖਾਈ ਖਾਏ। ਹੁਕਮੇ ਹੁਕਮ ਚਲਾਏ ਰਾਹੋ। ਨਾਨਕ ਵਿਖਸੈ ਵੇ ਪਰਵਾਹੋ। ਸਾਚਾ ਸਾਹਿ ਸਾਚ ਨਾਏ। ਪਾਕਿਆ ਭਾਉ ਅਪਾਰ। ਆਗਿਆ ਮੰਗੈ ਦੇ ਦੇ। ਦਾਰ ਕਰੇ ਦਾਤਾਰ। ਫੇਰ ਕੇ ਕਹਿ ਰਖੀਐ ਜਿਤਿ ਸੈ ਦਰਬਾਰ। ਮੌਕੇ ਮਰਨ ਪੌੜੀਐ ਜਿਸਨੂੰ ਤੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ। ਤਾਪਿਆ ਨਾ ਜਾਏ ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੇ ਗੁਣੀ ਨਿਧਾਨ। ਗਾਵੇ ਸੁਣੀਐ ਮਨ ਰਖਿਆ ਭਾਉ। ਜੁਬਰ ਸੁ ਕਰ ਲੈ ਜਾਏ। ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਸਮਾਈ। ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜਿਹੋ ਜਾਣਾ ਆਖਾ ਨਾਈ ਕਹਿਣਾ ਕਥਨ ਨਾ ਜਾਏ। ਗੁਰਾਈ ਤੇ 부ਝਾਈ ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਏ। ਤੀਰਥ ਨਾਵਾ ਕੇ ਤਿਸ ਭਾਵਾ। ਬਿਨ ਭਾਣੇ ਕੇ ਨਾਇ ਕਰੀ ਜੇ ਜੇ ਸਟ ਪਾਈ। ਵੇਖਾ ਬਿਨ ਕਰਵਾ ਕੇ ਮਿਲੇ ਲਈ। ਮਨ ਰਤਨ ਜਵਾਹਰ ਮਾਨਿਕ ਦੇਖ ਗੁਰ ਕੀ ਸਿੱਖ ਸੁਣੀ। ਗੁਰਾਈ ਤੇ 부ਝਾਈ ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਏ। ਜੇ ਜੁਗ ਚਾਰੇ ਆਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ। ਚੰਗਾ ਨਾਮ ਰਖਾ ਇਕ ਜਸ ਕੀ ਰਤ ਜਗਲੇ। ਜੇ ਤਿਸ ਨਦਨ ਆਵਈ ਤਾਂ ਮਾਤਰਾ ਪੁੱਛੈ ਕੀ ਕਾ ਅੰਦਰ ਕੀਟ ਕਰ। ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਝੇ। ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਣਾ। ਸੁਣੈ ਤਰਾਤਾ ਹੋਇਆ ਕਾ ਸੁਣੈ ਦੀਪ ਰੋ ਪਾਤਾ। ਸੁਣੈ ਫੋੜ ਨ ਸਕੈ ਕਾ ਨਾਨਕ ਭਗਤਾਂ ਸਦਾ ਵਿਗਾਸ। ਸੁਣੈ ਦੁਖ ਪਾਪ ਕਾ ਨਾਸ। ਸੁਣੈ ਈਸਰ ਬਰਮਾ ਇੰਦ੍ਰ। ਸੁਣੈ ਮੁਕਸਾਲਾ ਹਨ ਬੰਦ। ਸੁਣੈ ਜੋ ਜੁਗਲ ਤਨ ਭੇਦ। ਸੁਣੈ ਸਾਸ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ। ਸੁਣੈ ਦੁਖ ਪਾਪ ਕਾ ਨਾਸ। ਸੁਣੈ ਸਤ ਸੰਤੋਖ ਗਿਆਨ। ਸੁਣੈ ਅਕਸ਼ਰ ਕਾ ਇਸਨਾਨ। ਸੁਣੈ ਪਰਮਾ ਵੈਮਾਨ। ਸੁਣੈ ਲਾਗੈ ਸਹਿ ਧਿਆਨ। ਨਾਨਕ ਭਗਤਾਂ ਸਦਾ ਵਿਗਾਸ। ਸੁਣੈ ਦੁਖ ਪਾਪ ਕਾ ਨਾਸ। ਸੁਣੈ ਸਰਾ ਗੁਣਾ ਕੇ ਗਾ। ਸੁਣੈ ਸੇਖ ਪੀਰ ਪਾਤਸ਼ਾਹ। ਸੁਣੈ ਅੰਨੇ ਪਾਵੈ ਲਾਹੋ। ਸੁਣੈ ਹਾਥ ਹੋਏ ਅਸ ਗਾਹੋ। ਨਾਨਕ ਭਗਤਾਂ ਸਦਾ ਵਿਗਾਸ। ਸੁਣੈ ਦੁਖ ਪਾਪ ਕਾ ਨਾਸ। ਮਰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹਿ ਪਿਛੇ ਪਛਤਾਏ। ਕਾਜ ਕਰਨਾ ਲਿਖਨ ਹਾਰ। ਮੰਨੇ ਗਾਵੇ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ। ਮੰਨੇ ਸੁਰਤ ਹੋਏ ਮਨ ਬੁੱਧ। ਮੰਨੇ ਸਗਲ ਪਵਨ ਕੀ ਸੁਧ। ਮੰਨੇ ਮੋਹ ਚੋਟਾ ਨਾ ਖਾਏ। ਮੰਨੇ ਜਮ ਕੇ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ। ਮੰਨੇ ਮਾਰਗ ਟਾਕ ਨਾ ਪਾਏ। ਮੰਨੇ ਵਸੋ ਪ੍ਰਗਟ ਜਾਏ। ਮੰਨੇ ਮਗਨਾ ਚੱਲੇ ਪੰਥ। ਮੰਨੇ ਤਰਸੇ ਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ। ਮੰਨੇ ਪਾਵੇ ਮੋਖ ਦੁਆਰ। ਮੰਨੇ ਪਰਵਾਰੇ
जाने नानक पहला भिख ऐसा नाम निरंजन होए जेको मन जाने मन कोय पंच परवान पंच प्रधान पंचे पावे दरगे मान पंचे सोए दरा जान पंचा का गुरे ध्यान जेको कह करे विचार करते कह करने नहीं सुमार तो धर्म दया का पोष संतोखता रख्या दिन सो जेको बुझे होए सत्या तवले ऊपर के तापान रति हो पर हो जिसने बात ले कमजोर जी जान का के नाम सबना लिखा उड़ी गला एवं कालिक जाने कोई लेखा लिखा केता होए केता तान स्वाल्यो रूप केती दा जाने कौन कूद कीता बसावे को कवाव तिससे होए लग दरियाव कुदरत कौन कहा विचार वायन जावा एक बार जोत पावे साई परिका तू सलाम निरंकार असंग जाप असंग पाओ असंग पूजा असंग तपताओ असंग रत्न वेद पाठ असंग योग गुण है उदास असंग भगत गुण ज्ञान विचार असंग सती असंग दातार असंग सूर्य पाठसार असंग मोल लायतार कुदरत कौन कहा विचार वायन जावा एक बार जोत पावे साई परिका तू सलाम निरंकार संग मूल कांग कोर संग चोर हराम कोर संग मर कर जाए चोर संग लोट त्यागमाए संग पापी पाप कर जाए संग कुड़ियार कुड़े बिराए संग प्रेत बल पकाए संग निंदक सिर कहे पार नानक नीच कहे विचार वाय न जावा एक बार जो तुझ भावे सही भलिका तू सदा सलाम निरंकार संग नाव गम गम संगड़ो संग सिर पार होए अग्नि नाम अग्नि साला अग्नि ज्ञान की दुर्गा अग्नि लिखन मोलन बाण आकाश सिर संजोग अखान जिन्हें लेके तिसरनाए जिन फिरवाए ते पाए देता गीता तेता नाव वृंदावे नाही को थाव कुदरत कौन का विचार वाय न जावा एक बार जो तुझ भावे सही परिका तू सदा सलामत निरंकार परिय हाथ पैर तंदे पानी धोते उतरस के मूल बलि थी कपड़ोए देसा पूर्ण लिया तोए परिय मत पापा के संग हो तो नावे के रंग पुण्य पापिया करनाए घर घर करना लिख ले जाओ आपे की जापे गाओ नानक हुक्मिया हो जाओ तीरथ तप दयाल दान जेको पावे तिनका मान सुनया मन अमन कीता भाओ अंतरगा तीरथ बनाओ सब गुण तेरे नाई कोय बिरगुण कीते भगत नाय स्वस्थ आत्मानी परमा सत्सुहान सदा मन चाओ कवन सवेला वक्त कवन कवन जित कवन वार कवन सरुति मा कवन जितो आकार वेला पाया पढ़ती जे होवे अनेक पुराण भगत ना पायो का दिया जे देखन ले पुराण जितवाना जो की जाने रुकमाना कोई जागरता सिद्धि को साजे आपे जाने सोई एकरा की सालाएं क्यों नहीं क्यों जाना नानक आखन सब को आके एक दो एक सियाना बड़ा साई बड़ी नाई कीता जा का हुआ नानक जे को आप हो जाने अके के नष्ट हुए बाला पता लख आकाश आकाश ओढ़ ओढ़ पार के वेद के निवास सहस्र काल के किते पास सुन कथा देखा होता लिखिया देखा होए विनाश नानक बड़ा किया आपे जाने आ साला ही साला है तिसरुत न पाइया नदिया देवा पवन समुद्र जानिए समुद्र सुदान गिरा सिद्धि मातन कीड़ी दुर्गा होवणी जे दुश्मनों ना विसरे अंतर सिद्धि कहनात अंतर करना देनात अंतर वेकन सुरनात अंतर जापे क्या मंत अंतर जापे की ताका अंतर जापे पारावार अंतकाल के ते बिल्लाए तागे अंतर पाए जाए हो अंत न जाने कोई बता कहिए होता हुए बड़ा साहिब ऊंचा था ऊंचे ऊपर ऊंचा ना एवं ऊंचा होए कोई सोचे को जाने सोए जीवन आप जाने आप नानक धनी कमीदार बहुत करने क्या न जाए बड़ा दाता दिलत माए कहते मंगे झूल पार कहते करते ही विचार कहते कब टूटे बेकार कहते दादा मुकर पाए कहते मूर्ख काई काई कहते दूर को संभाल कहते दाते दातार बंद ग्लासी पाने होए हो राख न सके कोई जेको काय का न पाए हो जाने जित्या मुर्खाए आपे जाने आपे दे आगे से फेंके के जिसनो बसे सिर्फ सरा नानक बादशाही बादशाह मूल गुना मूल व्यापारी मूल भंडार मूल आवे मूल जाए मूल भाई मूल सहाय मूल धर्म मूल देवान मूल तुला मूल परवान मूल बख्शी मूल निशान अमल कर्म मूल ब्रह्मांड अमल मूल ज्ञान जाए आका करे दिवलाए आके वेदवान पुराण आके बड़े करे विज्ञान आके बरमे आके इंद्र आके गोपी ते गोविंद आके ईश्वर आके सिद्ध आके केते कीते बुद्ध आके लान आके देव आके सुंदर मुन जसेव केते आके आखन पाए केते कह के उठ जाए केते कीते और करे ना आख सके के जीवन भावे ते बड़ होए नानक जाने सच्चा सोई देखो आके बोल बिगाड़ना लिखिए सिर गावा रागावा सोच
करके आसो घर के आ जित संभाले वाजे नाथ ने का संगा केते वावन हारे केते राम परि सो कहियन केते गावन हारे गावे दोनों पवन पानी बैसंतर गावे राजा धर्म द्वारे गावे चित गोवन लिख जाने लिख लिख विचारे गावे ईश्वर ब्रह्मा देवी सोन सदा सवारे गावे इंद्र शासन बैठे देवतियां नरनाली गावे सिद्ध समाधि अंदर गावन साथ विचारे गावन जति सती संतोखी गावे वीर करारे गावन पंडित पण रखी सर जुग जुग वेदा नाले गावे मोहनिया मन मोहन सुरगा मच प्याले गावन तनो पाए तेरे अर्जा तीरथ नाले गावे जोधमा बरसोड़ा गावे कहानी चारे गावे खंड मंडल वर भंडा कर कर रखे धारे से तुनो गावे जो तुम पावन रते तेरे भक्त सारे और के गावन से मैं चितनावन नानक क्या विचारे सोई सोई सदा ससाई साचा साची नाई हैप्पी होसी जाए न जासी रचना दिन रचाई रंगी रंगी भांति कर कर जिनसी माया जिनो पाई कर कर वेखे कीता अपना जित सी उड़ियाई जो किस भावे सोई करसी हुमना करना जाई सो पासाव सा पासाई नानक ने रजाई मुंदा संतोष रम पचोली जान की गए भोल किंदा गान कुमारी काया जुगटना पति आई पंची सकल जमाती मर्जी ते जगजीत आदेश से आदेश आद नील नाथ जुजुए गोवेश कोहत ज्ञान दया भंडारण खटखटवा जयनाथ आप नाथ नाती सजा के ऋषि लगा साथ संजोग जो दे कार चलावे लेके आवे भागा देश से आदेश आद नील नाथ जुजुए गोवेश एका माई जुगत व्याई निचले प्रवाण एक संसारी एक भंडारी गाय दीवान जीव तिस भावे दिवे चलावे जीव होवे पुरमान होवे क्या होना नजर नावे भोगाए विडाना देश से आदेश आद नील नाथ जुजुए गोवेश आसन लोय लोय भंडार जो कुछ पाया सोई कावान कवि के सज्जनहार नानक सच्ची की सच्ची कार आदेश से आदेश आद नील नाथ जुजुए गोवेश एक दो जीवो लख होए लखों में लखवीस धागा के डाकी है एक नाम जगदीश एक राजपथ पौड़िया चढ़िया होई की सुनकला आकाश की गिटाई नानक नगरी पाई है कुड़ी कुड़ैली सागण जोर चपे न जोर जोर न मंगल देगा जोर जोर न जीवन भर न जोर जोर न राजवाल मनसोर जोर न सुरती ज्ञान विचार जोर न जुक्ति छुटे संसार जिसा जोगर में कैसोए नानक उत्तम नीच न कोई राती रोटी तिथि वार पवन पानी अग्नि पाता तिसवी धरती ताप रखी धर्मसाल तिसवी जी युग के रंग तिनके नाम अनेक अनंत कर्मी करनी होई विचार सच्चा सच्चा दरबार जिते सोन पन परवान नदरी करम पे निशान कछ बगाई और पाए नानक गया जब जाए धर्म खंड गाए और धर्म ज्ञान खंड का को करम केते पवन पानी में संतर केते गान में इस केते भरने का अर्थ घड़िया रूप रंग के वेश केते अगर भूमि में केते धूप देश केते सूर केते मंडल देश केते सिद्धनाथ केते देवी वेश केते देवदान मुन केते रत्न समुद्र केते गानी केते वाणी केते बात है केते सुखी सेवा केते नानक अंतरांश ज्ञान गगन में ज्ञान प्रचंड चित्ते नाथ विनोद कोड आनंद सरलखंड की बाणी रूप घाट घड़िया बहुत अनूप दागिया गला कतिया न जाए देखो कह पीछे बसाए तिते घड़िया सुरत मत मन बुद्ध तिते घड़िया सुरत सिद्धा की सुध कर्मकांड की बाणी जोर तिते और न कोई और तिते जोधमा बरसूर तिते राम दया भरपूर तिते सीतो सीता मई मामाए धागे रूप न कतने जाए नावे मरे न खागे जाए मन माए तिते भक्त बसे के लोग करें सच्चा मन सोए सच खंड वसे निरंकार कर कर वेखे न धनिया तिते खंड मंडल वर भांडे देखो कदा तांत तिते लो लो आकार जियो हुकुम तिवे तिवकार वेखे विकसे कर विचार नानक करना कड़ा सार जप बहार तीर सुनार एरन मतवेद हथियार पौखला गंतता पांडा पाव वृत्ति ढाल घड़िया समत सच्ची टक्सा जिनको नजर करम तिनकार नानक नगरी नजर निहास लोक पवन गुरु पानी पिता माता तरत मात दिवस रात दुहिताई दया चमी आइया बुरिया आइया